ਫਤਿਹ। ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਚੱਲ ਰਹੀ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਅੰਦਰ ਅੱਜ ਜੋ ਸ਼ਲੋਕ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਇਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਾਨਵਤਾ ਦੇ ਰਹਿਬਰ, ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ 52 ਅੱਖਰੀ ਬਾਣੀ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 257 ਉੱਤੇ ਸੁਭਾਈਮਾਨ ਹੈ। ਇਸ ਸ਼ਲੋਕ ਦੀ ਆਰੰਭਤਾ ਹਜ਼ੂਰ ਨੇ ਕੀਤੀ ਹੈ ਕਿ ਹੇ ਭਾਈ, ਜਦੋਂ ਮੈਂ ਗੁਰੂ ਦੀ ਦੱਸੀ ਹੋਈ ਜੀਵਨ ਜਾਚ ਨੂੰ ਅਪਣਾ ਲਿਆ, ਗੁਰੂ ਨੇ ਮੇਰੇ ਜੀਵਨ ਦੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਔਗਣਾ, ਅਗਿਆਨਤਾ ਦੇ ਵਿੱਚ ਜਿੰਨੀ ਵੀ ਕਿਸਮ ਦੀ ਭਟਕਣਾ ਸੀ, ਉਹ ਸਾਰੀ ਭਟਕਣਾ ਖਤਮ ਕਰਕੇ ਆਪਣੇ ਚਰਨਾਂ ਕਮਲਾਂ ਦੇ ਵਿੱਚ ਮੈਨੂੰ ਟਿਕਾ ਬਖਸ਼ਿਸ਼ ਕੀਤਾ। ਮੈਂ ਉਹ ਟਿਕਾਣੇ ਨੂੰ ਹਾਸਲ ਕੀਤਾ ਤੇ ਇਹਦੇ ਨਾਲ ਮੇਰੇ ਜਿਹੜਾ ਆਵਾਗਾਉਣ ਜਿਹੜਾ ਸੀ ਲਗਾਤਾਰ ਆਤਮਾ ਦਾ ਬਣਿਆ ਹੋਇਆ ਸੀ, ਉਹ ਵੀ ਖਤਮ ਹੋ ਗਿਆ ਤੇ ਆਰੰਭਤਾ ਹਜ਼ੂਰ ਨੇ ਕੀਤੀ ਹੈ ਫਾਹੇ ਕਾਟੇ। ਗੁਰੂ ਸਾਹਿਬ ਨੇ ਕਿਰਪਾ ਕਰਕੇ ਮੇਰੇ ਫਾਹੇ ਕੱਟ ਦਿੱਤੇ ਨੇ। ਫਾਹੇ ਦਾ ਮਤਲਬ ਹੈ ਗਲ ਦੇ ਵਿੱਚ ਰੱਸੀ ਜਦੋਂ ਕਿਸੇ ਨੂੰ ਫਾਂਸੀ ਦੇਣ ਲੱਗਿਆਂ ਪਾਈ ਜਾਂਦੀ, ਉਹ ਫਾਹੇ ਮੇਰੇ ਗੁਰੂ ਸਾਹਿਬ ਜੀ ਨੇ ਕੱਟ ਦਿੱਤੇ ਨੇ ਤੇ ਹੁਣ ਮੈਨੂੰ ਜ਼ਿੰਦਗੀ ਦੇ ਹਰ ਫੀਲਡ ਦੇ ਵਿੱਚ ਜਿੱਤ ਪ੍ਰਾਪਤ ਹੋ ਰਹੀ ਹੈ ਤੇ ਮੈਂ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਚੁੱਕਾ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਸਾਡੀ ਮਨੁੱਖਾ ਜ਼ਿੰਦਗੀ ਦਾ ਮਕਸਦ ਦਰਸਾਉਂਦਿਆਂ ਹੋਇਆਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਤੇ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਜੀ ਉਪਾਇਕੈ ਲਿਖ ਨਾਵੈ ਧਰਮ ਬਹਾਲਿਆ। ਜਿੰਨੇ ਵੀ ਜੀਵ ਕੁਦਰਤ ਦੇ ਵਿੱਚ ਪੈਦਾ ਕੀਤੇ ਨੇ, ਉਸ ਅਕਾਲ ਪੁਰਖ ਨੇ ਸਾਨੂੰ ਪੈਦਾ ਕਰਕੇ ਸਾਡੇ ਸਾਰਿਆਂ ਤੇ ਧਰਮ ਦੀ ਇੱਕ ਕਸਵੱਟੀ ਲਾ ਦਿੱਤੀ ਹੈ। ਸਾਡੇ ਸਿਰ ਤੇ ਧਰਮ ਨੂੰ ਬਿਠਾ ਦਿੱਤਾ ਗਿਆ ਹੈ ਔਰ ਸਾਡੇ ਹਰ ਚੰਗੇ ਮਾੜੇ ਕਰਮ ਨੂੰ ਪਰਖਿਆ ਜਾ ਰਿਹਾ ਹੈ। ਚੰਗਿਆਈਆਂ ਬੁਰਾਈਆਂ ਵਾਚਾ ਧਰਮ ਹਦੂਰ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਹੜੇ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚਾਈ ਨੂੰ ਸਵੀਕਾਰ ਕਰਦੇ ਨੇ ਜੀਵਨ ਦੇ ਵਿੱਚ, ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਧਰਮ ਦੀ ਜਦੋਂ ਕਸਵੱਟੀ ਲੱਗਦੀ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਉੱਥੇ ਕੇਵਲ ਸੱਚ ਦੇ ਆਧਾਰ ਤੇ ਫੈਸਲਾ ਹੁੰਦਾ। ਕਿਸੇ ਦੀ ਰਿਸ਼ਵਤ ਨਹੀਂ ਚੱਲਦੀ, ਗਵਾਹੀ ਨਹੀਂ ਚੱਲਦੀ, ਜਾਂ ਦੁਨੀਆ ਦੇ ਕਾਨੂੰਨ ਦੇ ਵਿੱਚ ਤੇ ਹੇਰਾਫੇਰੀ ਚੱਲਦੀ ਹੈ, ਪਰ ਰੱਬੀ ਕਾਨੂੰਨ ਦੇ ਵਿੱਚ ਹੇਰਾਫੇਰੀ ਵੀ ਨਹੀਂ ਚੱਲਦੀ। ਇਸ ਕਰਕੇ ਪਾਪੀਆਂ ਨੂੰ ਚੁਣ ਕੇ ਵੱਖ ਕੱਢਿਆ ਜਾਂਦਾ ਹੈ, ਉੱਥੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ। ਫਿਰ ਹਜ਼ੂਰ ਕਹਿੰਦੇ ਨੇ, ਇਸ ਤੋਂ ਅੱਗੇ ਚੱਲ ਕੇ ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੋਜ਼ਖ ਚਾਲਿਆ। ਉਹਨਾਂ ਨੂੰ ਅਸਲ ਦੇ ਵਿੱਚ ਜਿਹੜੇ ਕੂੜ ਦੀ ਸਾਰੀ ਜ਼ਿੰਦਗੀ ਜੀ ਕੇ ਗਏ ਹੁੰਦੇ ਨੇ, ਜਿਨ੍ਹਾਂ ਨੇ ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨੇੜੇ ਨਹੀਂ ਆਉਣ ਦਿੱਤਾ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਜ਼ਿੰਦਗੀ ਦੇ ਵਿੱਚ ਪਰਵਾਹ ਨਹੀਂ ਕੀਤੀ ਸਾਡੇ ਲਈ ਜੇ ਇਹਦੇ ਅਰਥ ਕਰਨੇ ਹੋਣ, ਉਹਨਾਂ ਨੂੰ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ
ਅਸਲ ਦੇ ਵਿੱਚ ਉਹ ਧਰਮ ਦੀ ਦੁਨੀਆ ਦੇ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦੇ। ਗੁਰੂ ਚਰਨਾਂ ਦੇ ਵਿੱਚ ਵੀ ਉਹਨਾਂ ਨੂੰ ਥਾਂ ਨਹੀਂ ਮਿਲਦੀ ਜਿਹੜੀ ਥਿਤ ਪਾਈ ਦੀ ਅੱਜ ਗੱਲ ਕੀਤੀ ਗਈ। ਉਹਨਾਂ ਨੂੰ ਧਰਮ ਦਾ ਵੀ ਉਹ ਸਿਖਰ ਜਿੱਥੇ ਅਸੀਂ ਜਾ ਕੇ ਜਾਂ ਆਤਮਾ ਪਹੁੰਚ ਕੇ ਕਹਿੰਦੀ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਤੇ ਹੁਣ ਮੈਂ ਪਰਮਾਨੈਂਟ ਆਨੰਦ ਨੂੰ ਪ੍ਰਾਪਤ ਕਰ ਲਿਆ, ਉੱਥੇ ਵੀ ਨਹੀਂ ਉਹ ਪਹੁੰਚਦੇ। ਫਿਰ ਮੂੰਹ ਕਾਲਾ, ਮੂੰਹ ਕਾਲਾ ਦਾ ਮਤਲਬ ਹੈ ਅਸਲ ਦੇ ਵਿੱਚ ਜੋ ਉਹਨਾਂ ਨੇ ਜੀਵਨ ਦੇ ਵਿੱਚ ਕੀਤਾ ਹੈ ਉਹਦੇ ਮੁਤਾਬਕ ਉਹਨਾਂ ਦੇ ਮੁਖ ਉਜਲੇ ਨਹੀਂ ਹੁੰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲ ਹੁੰਦੇ ਨੇ ਜਿਹੜੇ ਨਾਮ ਨੂੰ ਪਰਨਾਏ ਗਏ ਨੇ, ਨਾਮ ਵਾਲੀ ਜ਼ਿੰਦਗੀ ਜਿਨ੍ਹਾਂ ਨੇ ਬਤੀਤ ਕੀਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਹਜ਼ੂਰ ਕਹਿੰਦੇ ਨੇ ਮੂੰਹ ਕਾਲਾ ਦੋਜ਼ਖ ਚਾਲਿਆ, ਤੇ ਉਹ ਦੋਜ਼ਖ ਵਰਗੀ ਜ਼ਿੰਦਗੀ ਇੱਥੇ ਵੀ ਬਤੀਤ ਕਰਦੇ ਨੇ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਤੈਨੂੰ ਬਾਹਰੋਂ ਫਾਈਆਂ ਨਹੀਂ ਪਈਆਂ ਹੋਈਆਂ, ਅਸਲ ਦੇ ਵਿੱਚ ਅੰਦਰ ਹੀ ਬੰਦੇ ਦੇ ਔਗਣ ਇੰਨੇ ਨੇ ਜਿਨ੍ਹਾਂ ਦੀਆਂ ਫਾਈਆਂ ਬੰਦੇ ਦੇ ਗਲ ਦੇ ਵਿੱਚ ਪਈਆਂ ਹੋਈਆਂ ਨੇ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਔਗਣ ਜਿਤੜੇ ਤੇਤੀ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜਿੰਨੇ ਬੰਦੇ ਦੇ ਜੀਵਨ ਦੇ ਵਿੱਚ ਔਗਣ ਨੇ, ਅੱਜ ਬੰਦੇ ਦੇ ਜੀਵਨ ਦੇ ਵਿੱਚ ਫਾਈ ਪਈ ਹੋਈ ਹੈ ਝੂਠ ਦੀ, ਤੇ ਝੂਠ ਦੀ ਫਾਈ ਦੇ ਨਾਲ ਬੰਦੇ ਦੇ ਅੰਦਰੋਂ ਸੱਚ ਮਰਦਾ ਜਾ ਰਿਹਾ। ਬੰਦਾ ਜ਼ਿੰਦਗੀ ਦੀ ਬਾਜ਼ੀ ਸੱਚ ਦੀ ਦੁਨੀਆ ਦੇ ਵਿੱਚ ਹਾਰਦਾ ਜਾ ਰਿਹਾ। ਇਸੇ ਤਰ੍ਹਾਂ ਸਾਡੇ ਅੰਦਰ ਜਦੋਂ ਕਾਮ ਦੀ ਫਾਈ ਪੈਂਦੀ ਹੈ ਤੇ ਅਸਲ ਦੇ ਵਿੱਚ ਉੱਚੇ ਸੁੱਚਾ ਕਰੈਕਟਰ ਜਾਂ ਗੁਰੂ ਵਾਲੀ ਜੀਵਨ ਜੁਗਤ ਸਾਨੂੰ ਭੁੱਲ ਜਾਂਦੀ ਹੈ ਤੇ ਅਸੀਂ ਆਪਣੇ ਸਦਾਚਾਰਕ ਪੱਖ ਨੂੰ ਹਾਰ ਜਾਂਦੇ ਹਾਂ। ਅਸਲ ਦੇ ਵਿੱਚ ਬੰਦਾ ਇੱਥੇ ਹੀ ਹਾਰਦਾ ਹੈ ਔਗਣਾਂ ਦੇ ਨਾਲ। ਕ੍ਰੋਧ ਦੀ ਫਾਹੀ ਦੇ ਨਾਲ ਬੰਦਾ ਜ਼ਰੀਲਾ ਹੋ ਜਾਂਦਾ ਹੈ, ਉਹਦੀ ਆਤਮਾ ਜ਼ਮੀਰ ਤੇ ਮਰਦੀ ਹੈ। ਉਹ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਰਮਾਇਆ ਦੂਜਿਆਂ ਨੂੰ ਬਰਬਾਦ ਕਰਨ ਦੇ ਵਿੱਚ, ਦੂਜਿਆਂ ਨੂੰ ਬੁਰਾ ਕਹਿਣ ਦੇ ਵਿੱਚ ਹੀ ਬਰਬਾਦ ਕਰ ਦਿੰਦਾ ਤੇ ਜ਼ਿੰਦਗੀ ਦਾ ਟਾਈਮ, એનર્ਜੀ ਉਹ ਸਾਰਾ ਕੁਝ ਹਾਰ ਜਾਂਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਮਲਟਾਈ ਫੇਸਟ ਵੀ ਹਰ ਪਹਿਲੂ ਤੇ ਜਿਹੜੀ ਹਾਰ ਹੋ ਰਹੀ ਹੈ ਨਾ, ਉਹਦਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ। ਇਸ ਕਰਕੇ ਪਹਿਲੀ ਹਾਰ ਬੰਦੇ ਦੀ ਹੁੰਦੀ ਹੈ ਅੰਦਰ ਦੀਆਂ ਵਾਸ਼ਨਾ ਕਰਕੇ। ਬੰਦਾ ਜਿਹੜਾ ਵਿਕਾਰਾਂ ਦਾ ਗੁਲਾਮ ਹੁੰਦਾ ਹੈ ਨਾ, ਬਾਹਰੋਂ ਉਹ ਫਿਰ ਸਰਕਾਰਾਂ ਦਾ ਵੀ ਗੁਲਾਮ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਆਪਾਂ ਬਹੁਤ ਸਾਰੇ ਪ੍ਰਮਾਣ ਲੈ ਕੇ ਇਹ ਸਮਝਣ ਦਾ ਯਤਨ ਕਰਾਂਗੇ ਗੁਰੂ ਸਾਹਿਬ ਜੀ ਕਿਹੜੀ ਕਿਹੜੀ ਬਾਜ਼ੀ ਨੂੰ ਜਿੱਤਣ ਦੀ ਗੱਲ ਕਰਦੇ ਨੇ। ਹਜ਼ੂਰ ਅੱਜ ਦੇ ਸ਼ਬਦ ਦੇ ਅੰਦਰ ਜ਼ਿਕਰ ਕਰ ਰਹੇ ਨੇ, ਫਾਹੇ ਕਾਟੇ ਮਿੱਟੇ ਗਾਵਨ ਫਤਿਹ ਪਈ ਮਨ ਜੀਤ। ਬਾਹਰੋਂ ਨਾ ਸਾਨੂੰ ਸੰਸਾਰ ਜਿਹੜਾ ਦਿਸਦਾ ਨਾ ਇੱਕ ਮੈਟਰ ਦੀ ਤਰ੍ਹਾਂ, ਇੱਕ ਜਿਹੜੀ ਬੰਦੇ ਦੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਫਾਹੀ ਹੁੰਦੀ ਨਾ, ਉਹ ਨਾ ਸਮਝੀ ਅਗਿਆਨਤਾ ਹੁੰਦੀ ਬੰਦੇ ਦੀ। ਤੇ ਮਾਧਵੇ ਅਵਿਦਿਆ ਹਿਤਕੀਨ, ਜਦੋਂ ਬੰਦੇ ਦੀ ਆਈਡੀਓਲੋਜੀ ਗਲਤ ਹੋਵੇ ਉਦੋਂ ਉਹ ਕਈ ਵਾਰੀ ਧਰਮ ਦੇ ਕਰਮ ਕਰਦਾ ਰਹਿੰਦਾ ਪਰ ਆਊਟਪੁੱਟ ਨਹੀਂ ਨਿਕਲਦੀ। ਉਹ ਕਈ ਵਾਰੀ ਆਪਣੇ ਜੀਵਨ ਦੇ ਵਿੱਚ ਹੋਰ ਸਾਰੇ ਕੰਮ ਕਰਦਾ ਪਰ ਉਹਦੇ ਜੀਵਨ ਦੇ ਵਿੱਚ ਜਦੋਂ ਕੇਵਲ ਉਹ ਬੰਦਾ ਕੰਮ ਕਰਦਾ ਦਿਸੇ, ਬਾਹਰੋਂ ਲਿਬਾਸ ਦਿਸੇ, ਆਪਣਾ ਰੋਲ ਪਲੇ ਕਰਦਾ ਦਿਸੇ ਤੇ ਅਸਲ ਦੇ ਵਿੱਚ ਆਊਟਪੁੱਟ ਨਾ ਨਿਕਲੇ ਤੇ ਅਸਲ ਦੇ ਵਿੱਚ ਉਹ ਵਹਿਮ ਭਰਮ ਵਿਸ਼ਵਾਸ ਵੀ ਬੰਦੇ ਦੇ ਜੀਵਨ ਦੇ ਵਿੱਚ ਫਾਹੀ ਦਾ ਹੀ ਕੰਮ ਕਰਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆ ਕੇ ਨਾ, ਇਸ ਕਰਕੇ ਇੱਕ ਵਿਦਵਾਨ ਨੇ ਕਿਹਾ ਸੀ, ਆ ਜਿੰਨੀ ਵੀ ਬੰਦੇ ਦੀ ਜ਼ਿੰਦਗੀ ਹੈ ਨਾ, ਅਸਲ ਦੇ ਵਿੱਚ ਬਾਹਰੋਂ ਸਾਨੂੰ ਸਰੀਰ ਦਿਸਦੇ ਨੇ ਪਰ ਜਿਹੜੀ ਆਈਡੀਓਲੋਜੀ ਨੂੰ ਬੰਦੇ ਨੇ ਅੰਦਰੋਂ ਅਪਣਾਇਆ ਹੈ ਨਾ, ਉਹਦੇ ਕਰਕੇ ਬੰਦਾ ਅਸਲ ਦੇ ਵਿੱਚ ਕੋਈ ਆਊਟਪੁੱਟ ਜਗਤ ਦੇ ਵਿੱਚ ਦੇ ਸਕਦਾ। ਇਸ ਕਰਕੇ ਬਾਹਰੋਂ ਅਸੀਂ ਮੈਟਰ ਆ, ਅੰਦਰ ਜਿਹੜਾ ਥਾਟ ਪ੍ਰੋਸੈਸ ਚੱਲਦਾ ਹੈ ਨਾ, ਉਹਦੇ ਕਰਕੇ ਆਊਟਪੁੱਟ ਨਿਕਲਦੀ। ਦੋ ਕੁ ਐਗਜ਼ਾਮਪਲਾਂ ਦੇ ਕੇ ਫਿਰ ਬਾਣੀ ਵੱਲ ਆਉਣਾ। ਜਦੋਂ ਕੋਈ ਵੀ ਮਹਾਪੁਰਸ਼ ਸਾਨੂੰ ਆਪਣੀ ਵਿਚਾਰਧਾਰਾ ਦਿੰਦਾ,
ਕੋਈ ਵੀ ਜਾਂ ਆਈਡੀਓਲੋਜੀ ਵਿਚਾਰਧਾਰਾ ਨਵੀਂ ਦੁਨੀਆ ਦੇ ਉੱਤੇ ਆਉਂਦੀ, ਉਹਦੇ ਤਿੰਨ ਪੱਖ ਹੁੰਦੇ ਨੇ। ਪਹਿਲਾ ਪੱਖ ਉਹਨੇ ਸਾਡੇ ਪਾਸ ਦੀ ਤਸਵੀਰ ਸਾਡੇ ਸਾਹਮਣੇ ਖਿੱਚ ਕੇ ਰੱਖੀ ਹੁੰਦੀ ਹੈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਬਾਦੀ ਦਾ ਕਾਰਨ ਕੀ ਹੈ। ਇਹ ਉਹਨੇ ਤਸਵੀਰ ਖਿੱਚੀ ਹੁੰਦੀ। ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਉਸ ਸਮੇਂ ਦੇ ਧਾਰਮਿਕ ਢਾਂਚੇ ਨੂੰ ਬਿਆਨ ਕੀਤਾ, ਪੋਲੀਟੀਕਲ ਢਾਂਚੇ ਦੇ ਲਈ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ। ਦੂਸਰੀ ਆਈਡੀਓਲੋਜੀ ਵਿਚਾਰਧਾਰਾ ਦੇ ਵਿੱਚ ਹੁੰਦਾ ਕਿ ਫਿਊਚਰ ਦੀ ਪਲੈਨਿੰਗ, ਜਿਹੜਾ ਡਿਜ਼ਾਇਰਡ ਫਿਊਚਰ ਬਿਆਨ ਕੀਤਾ ਹੁੰਦਾ ਵੀ ਜੇ ਤੁਸੀਂ ਬਹੁਤ ਚੰਗੀ ਜ਼ਿੰਦਗੀ ਚਾਹੁੰਦੇ ਹੋ ਤੇ ਤੁਹਾਨੂੰ ਕੀ ਮਿਲੇਗਾ। ਜਿਵੇਂ ਅੱਜ ਦੇ ਸ਼ਬਦ ਦੇ ਵਿੱਚ ਹੈ ਵੀ ਬੰਦੇ ਦੀ ਜਿੱਤ ਹੋਣੀ ਚਾਹੀਦੀ ਹੈ, ਜਾਂ ਜਦੋਂ ਅਸੀਂ ਧਰਮ ਦੇ ਲੜ ਲੱਗਣੇ ਆ ਤੇ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਇਹ ਸਾਡਾ ਡਿਜ਼ਾਇਰਡ ਫਿਊਚਰ ਹੈ ਵੀ ਬੰਦਾ ਆਨੰਦ ਜ਼ਿੰਦਗੀ ਦੇ ਅੰਦਰ ਚਾਹੁੰਦਾ ਹੈ। ਤੀਸਰਾ ਹੁੰਦਾ ਗੁਰੂ ਸਾਹਿਬ ਜੀ ਨੇ ਪਲੈਨਿੰਗ ਦਿੱਤੀ ਹੁੰਦੀ ਵੀ ਜੇ ਤੁਸੀਂ ਆਨੰਦ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਫਿਰ ਤੁਹਾਨੂੰ ਕਿਹੜੇ ਕਿਹੜੇ ਔਗਣ ਛੱਡਣੇ ਚਾਹੀਦੇ ਨੇ, ਤੇ ਸਵੇਰ ਤੋਂ ਸ਼ਾਮ ਤੱਕ ਤੇ ਬਚਪਨ ਤੋਂ ਲੈ ਕੇ ਜਦੋਂ ਤੱਕ ਜ਼ਿੰਦਗੀ ਇਹ ਕਿਹੜੇ ਕਿਹੜੇ ਸਟੈਪ ਚੁੱਕਣ ਦੀ ਲੋੜ ਹੈ, ਉਹ ਗੁਰੂ ਸਾਹਿਬ ਜੀ ਨੇ ਦੱਸੇ ਹੁੰਦੇ ਨੇ। ਤੁਸੀਂ ਵੇਖੋ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ, ਹੁਣ ਪੋਹ ਦੇ ਦਿਨ ਚੱਲਦੇ ਪਏ ਨੇ, ਅਨੰਦਪੁਰ ਸਾਹਿਬ ਨੂੰ ਅੱਜ ਦੇ ਦਿਨਾਂ ਦੇ ਵਿੱਚ ਘੇਰਾ ਪਿਆ ਹੋਇਆ ਸੀ। ਘੇਰਾ ਪੈਣ ਦਾ ਕਾਰਨ ਅਸਲ ਦੇ ਵਿੱਚ ਆਈਡੀਓਲੋਜੀ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ਦੇ ਵਿੱਚ ਹੀ ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਜੋ ਵੀ ਉਸ ਸਮੇਂ ਦੇ ਬ੍ਰਾਹਮਣੀਕਲ ਸਿਸਟਮ ਵੱਲੋਂ ਦਿੱਤਾ ਜਾ ਰਿਹਾ ਸੀ ਤੇ ਜਾਂ ਉਸ ਸਮੇਂ ਦੇ ਜਿਹੜੇ ਕਾਜੀ ਲੋਕ ਪ੍ਰਚਾਰ ਕਰ ਰਹੇ ਸੀ ਧਰਮ ਦਾ, ਉਹਨਾਂ ਦੋਵਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਜਿੱਤ ਪੈਦਾ ਕੀਤੀ ਸੀ। ਪਹਿਲਾਂ ਸਭ ਤੋਂ ਪਹਿਲੀ ਜਿੱਤ ਗੁਰੂ ਨਾਨਕ ਸਾਹਿਬ ਜੀ ਦੀ ਹੋਈ ਸੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਜਿਹੜਾ ਅੱਜ ਦਾ ਸ਼ਬਦ ਹੈ ਨਾ, ਫਤਿਹ ਪਈ ਮਨ ਜੀਤ, ਇਹਨੂੰ ਨਾਲ ਨਾਲ ਲੈ ਕੇ ਚੱਲਣਾ ਇੱਕ ਇੱਕ ਅੱਖਰ ਨੂੰ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਣੀ ਦੀ ਵਿਚਾਰਧਾਰਾ ਨੂੰ ਲੈ ਕੇ ਮੱਕੇ ਦੀ ਧਰਤੀ ਤੇ ਬਗਦਾਦ ਦੀ ਧਰਤੀ ਤੇ ਜਾਂਦੇ ਨੇ, ਤੇ ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਵਾਇਆ। ਗੜ ਬਗਦਾਦ ਦੇ ਵੱਡੇ ਵੱਡੇ ਇਮਾਮ ਕਾਜ਼ੀ ਲੋਕਾਂ ਦੇ ਨਾਲ, ਹੋਰ ਜਿਹੜੇ ਧਰਮ ਦੇ ਲੋਕ ਸਨ, ਉਹਨਾਂ ਨਾਲ ਵਿਚਾਰ ਚਰਚਾ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਆਪਣੀ ਵਿਚਾਰਧਾਰਾ ਇਹੋ ਜਿਹੀ ਸ੍ਰੇਸ਼ਟ ਵੀ ਉਹ ਨਿਭਣ ਦੇ ਲਈ, ਕਹਿਣ ਦਾ ਮਤਲਬ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਜਦੋਂ ਉਹ ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਫਿਰ ਸਿੱਧ 84 ਮੰਡਲੀ ਖੱਟ ਦਰਸ਼ਨ ਪਾਖੰਡ ਜਨਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਸਿੱਧ ਲੋਕ ਸਨ ਜਿਹੜੇ 6 ਤਰ੍ਹਾਂ ਦੇ ਕੰਮ, ਜਿਹੜੇ ਦਰਸ਼ਨ ਦੀ ਗੱਲ ਕਰਦੇ ਸਨ, ਤੇ ਇਹ ਘਰ-ਬਾਰ ਤਿਆਗ ਕੇ ਬੜਾ ਵੱਡਾ ਮੱਤ ਸੀ। ਘਰਾਂ ਦੇ ਵਿੱਚ ਹਰ ਇਲਾਕੇ ਦੇ ਵਿੱਚ ਜੋਗੀ ਥੋਕ ਦੇ ਵਿੱਚ ਮਿਲ ਜਾਂਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹਨਾਂ ਦੀ ਬਹੁਤ ਲੰਮੀ ਚੌੜੀ ਚਰਚਾ ਹੋਈ। ਸਿੱਧ ਗੋਸ਼ਟ ਦੀ ਪੂਰੀ ਬਾਣੀ ਜਿਹੜੀ ਸਿੱਧਾਂ ਨਾਲ ਗੋਸ਼ਟ ਹੈ, ਵਿਚਾਰ, ਉਹ ਸਵਾਲ ਗੁਰੂ ਸਾਹਿਬ ਜੀ ਕਰਦੇ ਨੇ। ਵੈਸੇ ਮੈਂ ਕਈ ਵਾਰੀ ਕਹਿੰਦਾ ਹੁੰਨਾ, ਸਿੱਧ ਲੋਕ ਸਾਡੇ ਨਾਲੋਂ, ਜਿਹੜੇ ਅੱਜ ਅਸੀਂ ਧਰਮ ਲਈ ਰਿਲੈਕਟੈਂਟ ਹੈ ਨਾ, ਬਿਲਕੁਲ ਇੱਛਾ ਨਹੀਂ ਪੈਦਾ ਹੁੰਦੀ ਬਾਣੀ ਪੜ੍ਹਨ ਦੀ, ਜਾਂ ਉਹ ਵਿਚਾਰ ਚਰਚਾ ਗੰਭੀਰ ਮੁੱਦਿਆਂ ਦੀ ਵੀ ਰੱਬ ਕੀ ਹੈ, ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਵੇਂ ਹੋਏਗਾ, ਇਹ ਸਾਡੇ ਅੰਦਰ ਅੱਜ ਇੱਛਾ ਨਹੀਂ ਪੈਦਾ ਹੁੰਦੀ। ਪਰ ਜੇ ਸਿੱਧ ਗੋਸ਼ਟ ਦੀ ਬਾਣੀ ਪੜ੍ਹੀਏ, ਸਾਨੂੰ ਆਮ ਕਰਕੇ ਸਮਝਣੀ ਔਖੀ ਹੈ। ਇਹਦਾ ਮਤਲਬ ਉਹ ਕਾਫੀ ਜਿਹੜੇ ਵਿਦਵਾਨ ਲੋਕ ਸਨ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੱਚ ਦੀ ਵਿਚਾਰ ਚਰਚਾ ਕਰਨ ਦੇ ਲਈ ਤਿਆਰ ਹੋਏ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ 6 ਜਿਹੜੇ ਦਰਸ਼ਨ ਸਨ, ਉਹਨਾਂ ਨੂੰ ਪਖੰਡ ਕਿਹਾ, ਭਾਈ ਗੁਰਦਾਸ ਜੀ ਕਹਿੰਦੇ ਨੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ, ਅਸਲ ਦੇ ਵਿੱਚ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕੀਤਾ ਗਿਆ ਵੀ ਤੁਹਾਡੇ ਅਸੂਲ ਬੜੇ ਵਧੀਆ ਨੇ, ਤੁਸੀਂ ਘਰ-ਬਾਰ ਨੂੰ ਤਿਆਗ ਦਿੱਤਾ। ਤੇ ਉਹ ਜੋਗੀ ਲੋਕ ਵੀ ਇਹ ਗੱਲ ਕਹਿਣ ਲਈ ਸਿੱਧ ਲੋਕ ਮਜਬੂਰ ਹੁੰਦੇ ਨੇ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਜੀ ਕਮਾਈ ਤੁਹਾਡੇ ਨਾਲ ਦੀ ਨਹੀਂ, ਕਿਉਂਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਫਿਰ ਰਾਜਨੀਤੀ ਦੇ ਵਿੱਚ ਆਪਣਾ ਤੁਸੀਂ ਰੋਲ ਪਲੇ ਕਰ ਰਹੇ ਹੋ, ਫਿਰ ਸਮਾਜ ਨੂੰ ਸੁਧਾਰਨ ਦੇ ਲਈ ਸਵੇਰੇ ਸ਼ਾਮ ਯਤਨ ਕਰਦੇ ਹੋ,
ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਸੀਂ ਆਪਣੇ ਆਪਣੇ ਪ੍ਰਚਾਰਕ ਛੱਡੇ ਹੋਏ ਨੇ। ਗੁਰੂ ਸਾਹਿਬ ਜੀ ਇਸ ਤਰ੍ਹਾਂ ਵਰਕ ਕਰ ਰਹੇ ਸੀ। ਤੇ ਇਸ ਲਈ ਜਦੋਂ ਤੁਹਾਡੇ ਕੰਮਾਂ ਵੱਲ ਵੇਖਦੇ ਆ, ਤੁਹਾਡੀ ਵਿਚਾਰਧਾਰਾ ਵੱਲ ਵੇਖਦੇ ਆ, ਤੇ ਫਿਰ ਉਹ ਜਿਹੜੇ ਇਮਾਨਦਾਰ ਸਿੱਧ ਸਨ ਉਹ ਕਹਿੰਦੇ ਨੇ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਇਹ ਉਸ ਸਮੇਂ ਵਾਪਰ ਰਿਹਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕੰਮ ਕੀਤਾ। ਫਤਿਹ ਪਈ ਮਨਜੀਤ, ਗੁਰੂ ਸਾਹਿਬ ਜੀ ਨੇ ਮਨ ਜੀਤਾ ਜਗਜੀਤ ਕਿਹਾ ਸੀ। ਆਪਣੇ ਆਪ ਤੇ ਗੁਰੂ ਸਾਹਿਬ ਜੀ ਦਾ ਜਾਬਤਾ ਹੈ ਹੀ ਸੀ। ਅਸਲ ਦੇ ਵਿੱਚ ਵਿਚਾਰਧਾਰਾ ਐਸੀ ਦਿੱਤੀ ਸੀ ਜਿਹੜੀ ਲਗਾਤਾਰ ਗੁਰੂ ਸਾਹਿਬ ਜੀ ਜਿੱਧਰ ਜਿੱਧਰ ਜਾ ਰਹੇ ਸਨ ਉਧਰ ਉਹਨਾਂ ਦੀ ਜਿੱਤ ਹੋ ਰਹੀ ਸੀ। ਤੇ ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਜਿਹੜੀ ਜਿਹੜੀ ਧਰਤੀ ਤੇ ਉਹਨਾਂ ਨੇ ਪੈਰ ਰੱਖਿਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ, ਉਹੀ ਥਾਂ ਅਸਲ ਦੇ ਵਿੱਚ ਪੂਜਨੀਕ ਬਣ ਗਈ, ਲੋਕਾਂ ਲਈ ਧਰਮਸ਼ਾਲਾ ਬਣ ਗਈ। ਲੋਕ ਉੱਥੇ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਲੱਗੇ। ਇਹ ਸੀ ਜਿੱਤੀ ਨਵਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ। ਸਤਨਾਮ ਦਾ ਮਤਲਬ ਇਹ ਉਸ ਅੱਖਰੀ ਅਰਥ ਜਿਹੜੇ ਇਹਦੇ ਬਣਦੇ ਨੇ ਨਾ, ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਨਾਮ ਜਿਹੜਾ ਸ਼ਬਦ ਹੈ ਨਾ, ਅੱਜ ਤੁਸੀਂ ਵੇਖੋ ਹਰ ਮਜ਼ਹਬ ਦੇ ਵਿੱਚ ਰੱਬ ਦਾ ਵੱਖਰਾ ਵੱਖਰਾ ਨਾਮ ਹੈ। ਕਿਧਰੇ ਗਾਡ ਹੈ, ਅੱਲਾ ਹੈ, ਰਾਮ ਹੈ। ਅੱਜ ਜਿਹੜੇ ਨਵੇਂ ਲੋਕ ਨੇ ਨਾ, ਅੱਜ ਉਹ ਵਰਤਣ ਲੱਗ ਗਏ ਨੇ ਵੀ ਅਸੀਂ ਐਗਜ਼ਿਸਟੈਂਸ ਨੂੰ ਮੰਨਦੇ ਹਾਂ। ਵੈਸੇ ਸਾਨੂੰ ਜ਼ਿਆਦਾ ਨਹੀਂ ਪਤਾ, ਪਰ ਕੋਈ ਹੋਂਦ ਤੇ ਹੈ ਜਿਹੜੀ ਕੰਟਰੋਲ ਕਰਕੇ ਚਲਾ ਰਹੀ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਜਿਹੜੀ ਐਗਜ਼ਿਸਟੈਂਸ ਹੈ ਨਾ, ਵੈਸੇ ਬਾਕੀ ਸਾਰੇ ਨਾਂ ਤੇ ਉਹਦੇ ਕੰਮਾਂ ਨੂੰ ਵੇਖ ਕੇ ਦਿੱਤੇ ਗਏ ਨੇ। ਬੰਦੇ ਨੇ ਵੇਖਿਆ ਧਰਤੀ ਪਲ ਰਹੀ ਹੈ, ਪਰਵਰਿਸ਼ ਹੋ ਰਹੀ ਹੈ, ਉਹਨੂੰ ਕਿਸੇ ਨੇ ਗੋਪਾਲ ਕਹਿ ਦਿੱਤਾ। ਕਿਸੇ ਨੇ ਕਿਹਾ ਵੀ ਹਰ ਥਾਂ ਤੇ ਰਮਿਆ ਹੋਇਆ, ਉਹਦਾ ਇਹ ਗੁਣ ਵੇਖ ਕੇ ਉਹਨੂੰ ਰਾਮ ਕਹਿ ਦਿੱਤਾ। ਕਿਸੇ ਨੇ ਕਿਹਾ ਵੀ ਆ ਸਾਰੀ ਕੁਦਰਤ ਬੜੇ ਕੰਟਰੋਲ ਦੇ ਵਿੱਚ, ਇਹਦੇ ਆਪਣੇ ਲਾਅ ਨੇ, ਤੇ ਉਹਨੂੰ ਗੋਬਿੰਦ ਕਹਿ ਦਿੱਤਾ ਵੀ ਉਹਨੇ ਆਪਣੇ ਹੁਕਮ ਦੇ ਵਿੱਚ ਚਲਾਈ ਹੋਈ ਬਿੰਦੀ ਹੋਈ ਹੈ ਸਾਰੀ ਕੁਦਰਤ ਨੂੰ। ਤੇ ਇਸ ਤਰ੍ਹਾਂ ਜਿਹੜਾ ਸਤਨਾਮ ਸੀ, ਸਤਨਾਮ ਦਾ ਮਤਲਬ ਹੈ ਉਹਦੀ ਐਗਜ਼ਿਸਟੈਂਸ ਜਿਹੜੀ ਫਾਰ ਐਵਰ ਇਟਰਨਲ ਹੈ, ਵੀ ਉਹਨੇ ਕਦੇ ਖਤਮ ਨਹੀਂ ਹੋਣਾ, ਅਕਾਲ ਪੁਰਖ ਵਾਹਿਗੁਰੂ ਨੇ। ਤੇ ਉਹ ਜਿਹੜਾ ਚੱਕਰ ਸੀ ਨਾ, ਉਹ ਵਿਚਾਰਧਾਰਾ ਉਹ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਹੋਇਆ ਕੀ, ਦੇਵ ਦਾਨੋ ਰਾਕਸ਼ ਦੈਂਤ ਸਭ ਚਿੱਤਰਗੁਪਤ ਸਭ ਸ਼ਰਣੀ ਲਾਇਆ। ਉੱਥੇ ਕੀ ਹੋਇਆ, ਜਿਹੜੇ ਲੋਕਾਂ ਨੂੰ ਦੈਂਤ ਕਿਹਾ ਜਾਂਦਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕਰਕੇ ਕੀ ਜਿੱਤਿਆ ਜਾਂਦਾ ਹੈ। ਜਦੋਂ ਜਗਤ ਦਾ ਉਦਾਰ ਕਰਦੇ ਆ, ਗੁਰੂ ਸਾਹਿਬ ਕੌਡੇ ਭੀਲ ਕੋਲ ਗਏ ਨੇ ਨਾ, ਅੱਜ ਅਸੀਂ ਉਹਦੇ ਲਈ ਕੋਡਾ ਰਾਖਸ਼ ਵਰਤਨੇ ਆ ਸ਼ਬਦ। ਅਸਲ ਦੇ ਵਿੱਚ ਨਾ ਐਰੀਅਨ ਲੋਕਾਂ ਨੇ ਬੜੇ ਲੋਕ ਨੂੰ, ਜਿਹੜੇ ਉੱਥੋਂ ਦੇ ਦਲਿਤ ਲੋਕ ਸਨ, ਉਹਨਾਂ ਨੂੰ ਇਹੋ ਜਿਹੇ ਨਾਂ ਦਿੱਤੇ ਹੋਏ ਸੀ ਜਿਹੜੇ ਇਨਫੀਰਿਟੀ ਕੰਪਲੈਕਸ ਉਹਨਾਂ ਦੇ ਅੰਦਰ ਪੈਦਾ ਕਰਦੇ ਸਨ। ਉਹਨਾਂ ਨੂੰ ਬਰਾਬਰ ਨਹੀਂ ਸੀ, ਉਹਨਾਂ ਨੂੰ ਜਲੀਲ ਕਰਨ ਵਾਲੇ ਨਾਂ ਦਿੱਤੇ ਹੋਏ ਸਨ। ਰਾਖਸ਼ ਲਫ਼ਜ਼ ਵੀ ਵੈਸੇ ਕੋਈ ਇਹੋ ਜਿਹੀ ਸਪੀਸੀਜ਼ ਨਹੀਂ ਹੁੰਦੀ ਜਿਹੜੀ ਉਹਨਾਂ ਨੇ ਕਲਪਨਾ ਰਾਮਾਇਣ ਮਹਾਭਾਰਤ ਦੇ ਵਿੱਚ ਕਰਕੇ ਵੀ ਉਹਨਾਂ ਦੇ ਦੰਦ ਬੜੇ ਬਾਹਰ ਹੁੰਦੇ ਨੇ, ਬੜੇ ਅਜੀਬੋ ਕਿਸਮ ਦੇ ਡਰਾਵਨੇ ਸਰੀਰ ਨੇ, ਤੇ ਉਹਨਾਂ ਨੂੰ ਰਾਖਸ਼ ਕਹਿੰਦੇ ਨੇ। ਇਸ ਤਰ੍ਹਾਂ ਦੀ ਕੋਈ ਸਪੀਸੀਜ਼ ਧਰਤੀ ਤੇ ਅਵੇਲੇਬਲ ਨਹੀਂ ਰਹੀ। ਪਰ ਜਿਹੜੇ ਹਾਰ ਜਾਂਦੇ ਰਹੇ ਨੇ ਜਾਂ ਗੁਲਾਮ ਰਹੇ ਨੇ, ਉਹਨਾਂ ਨੂੰ ਜਲੀਲ ਕਰਨ ਦੇ ਲਈ ਇਹੋ ਜਿਹੇ ਸ਼ਬਦ ਘੜੇ ਗਏ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਜਾਂਦੇ ਨੇ, ਤੇ ਉੱਥੇ ਵੈਸੇ ਤੇ ਹਿਸਟੋਰੀਅਨ ਨੇ ਆਪਣੇ ਢੰਗ ਦੇ ਨਾਲ ਉਹਨੂੰ ਸਾਖੀ ਨੂੰ ਬਿਆਨ ਕੀਤਾ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਵੀ ਪਹਿਲਾਂ ਉਹਨਾਂ ਦਾ ਮਨ ਭਾਈ ਕੋਡਾ ਜੀ ਦਾ ਇਹ ਕਰ ਗਿਆ ਸੀ ਵੀ ਇਹਨੂੰ ਵੀ ਜਿਹੜਾ ਤਲਣਾ ਚਾਹੀਦਾ। ਉਹਦਾ ਕਾਰਨ ਸੀ, ਜਦੋਂ ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਤੂੰ ਬੰਦੇ ਤਲ ਕੇ ਖਾਣਾ, ਤੇ ਉਹ ਕਹਿਣ ਲੱਗਾ ਸਤਿਗੁਰੂ ਜੀ ਮੈਂ ਅੱਜ ਤੱਕ ਕੋਈ ਵੀ ਬੰਦਾ ਤਲ ਕੇ ਨਹੀਂ ਖਾਧਾ। ਤੇ ਗੁਰੂ ਸਾਹਿਬ ਜੀ ਨੇ ਫਿਰ ਪੁੱਛਿਆ ਵੀ ਭਾਈ ਮਰਦਾਨਾ ਜੀ, ਤੇ ਅਸੀਂ ਜਦੋਂ ਆਏ ਸੀ, ਤੇਰਾ ਜੋ ਮਨ ਦਾ ਹਾਵ ਭਾਵ ਸਨ, ਜੋ ਤੂੰ ਕਰਨਾ ਚਾਹੁੰਦਾ ਸੀ, ਤੇ ਉਸ ਸਮੇਂ ਉਹਨੇ ਦੱਸਿਆ ਵੀ ਮੇਰੇ ਗੁਰੂ ਨੇ ਨਾ ਮੈਨੂੰ ਇੱਕ ਸ਼ੀਸ਼ਾ ਦਿੱਤਾ ਹੋਇਆ ਸੀ। ਸ਼ੀਸ਼ਾ ਉਹ ਦਿੱਤਾ ਸੀ ਵੀ ਜਿਹਦੇ ਵੱਲ ਤੂੰ ਕਰੇਂਗਾ ਨਾ, ਉਹਦੀ ਅਸਲੀ ਤਸਵੀਰ ਦਿਸ ਜਾਏਗੀ। ਵੈਸੇ ਤਾਂ ਕੋਈ ਇਹੋ ਜਿਹਾ ਸ਼ੀਸ਼ਾ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਹੁੰਦਾ ਨਹੀਂ, ਪਰ ਵਿਚਾਰਧਾਰਾ ਦਾ ਸ਼ੀਸ਼ਾ ਸੀ। ਅਸਲ ਦੇ ਵਿੱਚ ਉਹਦੇ ਗੁਰੂ ਨੇ ਕਿਹਾ ਹੋਏਗਾ ਵੀ ਬੰਦੇ ਨਾਲ ਗੱਲਬਾਤ ਕਰਕੇ ਵੇਖ ਲਈ। ਜੇ ਤੇ ਉਹਦੇ 'ਚ ਹਵਾਨੀਅਤ ਹੋਈ, ਜਾਤੀਵਾਦ ਕਰਕੇ ਦੂਜੇ ਨਾਲ ਨਫ਼ਰਤ ਕਰਦਾ ਰਿਹਾ, ਦੂਜਿਆਂ ਨੂੰ ਜਲੀਲ ਕਰਦਾ ਰਿਹਾ, ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਾਂ ਇਸ ਤਰ੍ਹਾਂ ਕਹਿ ਲਓ ਵੀ
ਉਹ ਇੱਕ ਰੈਵੋਲਿਊਸ਼ਨਰੀ ਹੋਣ ਕਰਕੇ ਜੰਗਲ 'ਚ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਤੇ ਜਿਹੜੇ ਲੋਕ ਆਉਂਦੇ ਸਨ ਉਹਨਾਂ ਨੂੰ ਫਿਰ ਸਜ਼ਾ ਦਿੰਦਾ ਸੀ ਵੀ ਇਹ ਅਸਲ ਦੇ ਵਿੱਚ ਹੈਵਾਨ ਨੇ, ਇਨਸਾਨ ਨਾਂ ਦੀ, ਇਨਸਾਨੀਅਤ ਨਾਂ ਦੀ ਚੀਜ਼ ਨਹੀਂ। ਹਜ਼ੂਰ ਨੂੰ ਕਹਿਣ ਲੱਗਾ ਮੇਰੇ ਗੁਰੂ ਨੇ ਮੈਨੂੰ ਇਹੋ ਜਿਹਾ ਸ਼ੀਸ਼ਾ ਦਿੱਤਾ ਹੋਇਆ ਸੀ, ਜਦੋਂ ਮੈਂ ਉਹਨਾਂ ਦੇ ਸਾਹਮਣੇ ਕੀਤਾ ਤੇ ਮੈਨੂੰ ਬੰਦੇ ਨਹੀਂ ਸਨ, ਮੈਨੂੰ ਤੇ ਜਾਨਵਰ ਨਜ਼ਰ ਆਉਂਦੇ ਸਨ। ਇਸ ਕਰਕੇ ਮੈਂ ਉਹਨਾਂ ਨੂੰ ਅਸਲ ਦੇ ਵਿੱਚ ਜਿਹੜਾ ਮਾਰ ਕੇ ਖਾ ਜਾਂਦਾ ਸੀ, ਉਹਨਾਂ ਕੋਲ ਬਦਲਾ ਲੈਂਦਾ ਸੀ ਵੀ ਇਹਨਾਂ ਨੇ ਸਾਡੇ ਪਿੰਡਾਂ ਦੇ ਪਿੰਡ, ਇਲਾਕਿਆਂ ਦੇ ਇਲਾਕੇ ਬਰਬਾਦ ਕੀਤੇ ਨੇ, ਔਰਤਾਂ ਦੀ ਇੱਜ਼ਤ ਨੂੰ ਹੱਥ ਪਾਇਆ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਰੀ ਜ਼ਿੰਦਗੀ 'ਚ ਕਿੰਨੇ ਕੁ ਬੰਦਿਆਂ ਨੂੰ ਤੂੰ ਸਜ਼ਾ ਦੇ ਚੁੱਕਾ ਹੋਏਗਾ, ਤੇਰੇ ਭੈਣ ਭਰਾ ਜਿਹੜੇ ਹੋਰ ਤੇਰੇ ਨਾਲ ਦੇ ਲੋਕ ਨੇ ਉਹਨਾਂ ਦਾ ਤਾਂ ਜੀਵਨ ਉਸ ਤਰ੍ਹਾਂ ਹੀ ਹੈ। ਤੂੰ ਕਿਉਂ ਨਹੀਂ ਸੱਚ ਦੀ ਵਿਚਾਰਧਾਰਾ ਲੈ ਕੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਅਵੇਅਰ ਕਰਦਾ? ਉਦੋਂ ਰਾਜ ਵੀ ਇਸਲਾਮ ਦਾ ਆ ਚੁੱਕਾ ਸੀ ਤੇ ਉਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਉਹਨਾਂ ਦੀ ਹੈਵਾਨੀਅਤ ਦਾ ਅਹਿਸਾਸ ਕਰਾ ਕੇ ਆਪਣੇ ਲੋਕਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਕਿਉਂ ਨਹੀਂ ਤੁਸੀਂ ਯਤਨ ਕਰਦੇ? ਤੇ ਭਾਈ ਕੌਡਾ ਜੀ ਨੇ ਗੁਰੂ ਸਾਹਿਬ ਜੀ ਕੋਲੋਂ ਉਦੋਂ ਟ੍ਰੇਨਿੰਗ ਲਈ, ਉੱਥੇ ਵਿਚਾਰਧਾਰਾ ਸਿੱਖੀ, ਕੁਝ ਸਮਾਂ ਰਹਿ ਕੇ ਗੁਰੂ ਸਾਹਿਬ ਦੇ ਕੋਲ। ਤੇ ਫਿਰ ਉਹਨੇ ਪਿੰਡਾਂ ਦੇ ਪਿੰਡ ਜਾ ਕੇ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਰਾਖਸ਼ ਕਿਹਾ ਜਾ ਰਿਹਾ ਸੀ, ਗੁਰੂ ਨਾਨਕ ਸਾਹਿਬ ਦੇ ਆਉਣ ਦੇ ਨਾਲ ਉਹ ਰਾਖਸ਼ ਨਹੀਂ ਰਹੇ, ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਖਲੋ ਗਏ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਫਿਲਾਸਫੀ ਦੇ ਦਿੱਤੀ, ਉਹਨਾਂ ਦੀ ਗੁਲਾਮੀ ਦੀ ਫਾਹੀ ਜ਼ੰਜੀਰ ਗੁਰੂ ਸਾਹਿਬ ਜੀ ਨੇ ਜਲਾਲਤ ਦੀਆਂ ਜ਼ੰਜੀਰਾਂ ਕੱਟ ਦਿੱਤੀਆਂ ਤੇ ਉਹਨਾਂ ਨੂੰ ਜਿਹੜਾ ਤੋੜ ਦਿੱਤਾ। ਇਹ ਗੁਰੂ ਸਾਹਿਬ ਜੀ ਦੀ ਜਿੱਤ ਸੀ, ਕਿਉਂਕਿ ਗੁਰੂ ਸਾਹਿਬ ਮਨੁੱਖਤਾ ਦੀ ਜਿੱਤ ਦੇ ਵਿੱਚ ਆਪਣੀ ਜਿੱਤ ਮਹਿਸੂਸ ਕਰ ਰਹੇ ਸਨ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਦੇਵ ਦਾਨੋ ਰਾਕਸ਼ ਦੈਂਤ ਸਭ ਚਿੱਤਰਗੁਪਤ ਸਭ ਚਰਨੀ ਲਾਇਆ। ਅਸਲ ਦੇ ਵਿੱਚ ਕੀ ਹੋਇਆ, ਜਿਹੜੇ ਦੇਵਤੇ ਸਨ ਉਹਨਾਂ ਨੂੰ ਵੀ ਕਿਉਂਕਿ ਬਹੁਤ ਜ਼ਿਆਦਾ ਪੂਜਿਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਾਇਆ ਮੋਹੇ ਦੇਵੀ ਸਭ ਦੇਵਾ। ਤੁਸੀਂ ਵੇਖੋ ਆਮ ਬੰਦੇ ਦੇ ਗਲ ਦੇ ਵਿੱਚ ਵੀ ਇਹ ਫਾਹੀ ਸੀ। ਜਿਹੜਾ ਲਾਲਾ ਦੌਲਤ ਰਾਏ ਆਰਿਆ ਸਮਾਜੀ ਜੀ ਨੇ ਇੱਕ ਕਿਤਾਬ ਲਿਖੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ, ਸਾਹਿਬੇ ਕਮਾਲ, ਤੁਸੀਂ ਪੜ੍ਹ ਕੇ ਵੇਖ ਲਿਓ, ਹੁਣ ਦਿਨ ਚੱਲਣੇ ਨੇ, ਬਹੁਤ ਵਿਦਵਾਨਾਂ ਨੇ ਉਹਨੂੰ ਕੋਡ ਕਰਨਾ। ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਤੇ ਇੱਥੇ ਲੋਕਾਂ ਦੇ ਅਸਲ ਦੇ ਵਿੱਚ ਵਿਸ਼ਵਾਸ ਕਿਸ ਤਰ੍ਹਾਂ ਦੇ ਸਨ। ਜੇ ਹਿੰਦੁਸਤਾਨ ਦੀ ਹਾਲਤ ਵੇਖੀਏ, ਉਹ ਕਹਿੰਦੇ ਨੇ ਇੱਕ ਹਿੰਦੂ ਬ੍ਰਹਮਾ ਕਾ ਪੁਜਾਰੀ ਸਾ, ਦੂਸਰਾ ਵਿਸ਼ਨੂੰ ਕਾ, ਤੀਸਰਾ ਜਿਹੜਾ शिव जी का, चौथा राम का, पांचवा लक्ष्मण का, छठा सीता का। इस तरह कह के उन्होंने कहा भी इन्हां दी मर्यादा एक नहीं सी, हर बंदे अपने अपने विश्वासां दे नाल बज्झे होए किसी पर्टिकुलर देवते नूं मन रहे सन। ते गुरु नानक साहब जी ने बाणी दे अंदर जुगा जुगा के राजे किए, गावें कर अवतारी, माया मोहे देवी सब देवा कह के सानू सारियां फाहियां दे विचों कढ लिया। फाहे काटे क्योंकि आइडियोलॉजी के भी फाहे होंदे ने, जिक्र किया है। असल दे विच जे गलत विचारधारा किसी नूं दे दिती जाए ना, ਉਹਦੀ ਜ਼ਿੰਦਗੀ ਸਾਰੀ ਉਹਨੂੰ ਪਰੰਪਰਾਵਾਂ ਨੂੰ ਢੋਂਦਿਆਂ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਦਿਆਂ ਨਿਕਲ ਜਾਂਦੀ ਹੈ, ਪਰ ਉਹਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ। ਇਸ ਕਰਕੇ ਇੱਕ ਵਿਦਵਾਨ ਨੇ ਕਿਹਾ ਸੀ ਕਿਸੇ ਦੀ ਬੰਦਾ ਚੋਰੀ ਕਰ ਲੇ ਨਾ, ਉਨੀ ਵੱਡੀ ਅਸਲ ਦੇ ਵਿੱਚ ਬੰਦਾ ਗੁਨਾਹ ਨਹੀਂ ਕਰਦਾ, ਕਿਉਂਕਿ ਬੰਦਾ 2-4 ਘੰਟੇ ਲਾ ਕੇ ਜਿੰਨੀ ਚੋਰੀ ਕੀਤੀ 2-4 ਦਿਨ ਲਾ ਕੇ ਫਿਰ ਉਹ ਕਮਾ ਸਕਦਾ। ਉਹ ਕਹਿੰਦਾ ਕਿਸੇ ਦਾ ਕੋਈ ਬੰਦਾ ਮਰਡਰ ਕਰ ਦੇ ਨਾ, ਤੇ ਕਿਉਂਕਿ ਹਿੰਦੁਸਤਾਨ ਸਾਰਾ ਆਵਾਗਮਨ ਨੂੰ ਮੰਨਦਾ, ਤੇ ਉਹ ਕਹਿੰਦਾ ਅਸਲ ਦੇ ਵਿੱਚ ਫਿਰ ਵੀ ਹੋ ਸਕਦਾ ਉਹਨੂੰ ਜੀਵਨ ਮਿਲ ਜਾਏ, ਪਰ ਕਿਸੇ ਨੂੰ ਮਿਸਗਾਈਡ ਕਰਕੇ ਗਲਤ ਵਿਚਾਰਧਾਰਾ ਦੇ ਦੇਣੀ ਉਹਦਾ ਜਨਮਾਂ ਜਨਮਾਂਤਰਾਂ ਦਾ, ਕਈ ਪੀੜ੍ਹੀਆਂ ਦਾ ਨੁਕਸਾਨ ਕਰ ਜਾਂਦੀ। ਇਸ ਕਰਕੇ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੁੰਦਾ। ਇਸ ਲਈ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇਵਤੇ ਨਾ ਰਹੇ। ਜਦੋਂ ਗੁਰੂ ਸਾਹਿਬ ਜੀ ਨੇ ਕਿਹਾ, ਉਹਨਾਂ ਨੇ ਬਾਣੀ ਦੇ ਅੰਦਰ ਜ਼ਿਕਰ ਕਰ ਦਿੱਤਾ। ਵੇਖੋ ਜਦੋਂ ਇੱਕ ਹੀ ਹੁਕਮਨਾਮਾ ਅਸੀਂ ਪੜ੍ਹਨੇ, ਮੈਂ ਆਪਣੇ ਕੋਲੋਂ ਪ੍ਰਮਾਣ ਨਹੀਂ, ਕਈ ਵਾਰੀ ਜਦੋਂ ਇਸ ਤਰ੍ਹਾਂ ਕਥਾ ਕੀਤੀ ਜਾਏ ਨਾ ਗੁਰਦੁਆਰਿਆਂ ਦੇ ਵਿੱਚ, ਕੁਝ ਸ਼ਬਦ ਬਾਣੀ ਦੇ ਇਹੋ ਜਿਹੇ ਨੇ, ਫਿਰ ਕਿਹਾ ਜਾਂਦਾ ਜੀ ਇਹ ਕੱਟੜਤਾਈ ਬਹੁਤ ਜ਼ਿਆਦਾ ਹੈ। ਅਸਲ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਜੋ ਕਿਹਾ ਨਾ, ਉਹ ਨਾ ਤੇ ਹੀਨ ਭਾਵਨਾ ਹੋਣੀ ਚਾਹੀਦੀ, ਅਸੀਂ ਗੁਰੂ ਤੋਂ ਸਿਆਣੇ ਨਹੀਂ ਹੋ ਸਕਦੇ। ਸਾਨੂੰ ਉਹ ਜਿਹੜੇ ਬਾਣੀ ਦੇ ਸ਼ਬਦ ਬੜੇ ਕੌਨਫੀਡੈਂਸ ਨਾਲ ਪੜ੍ਹਨੇ ਤੇ ਸਮਝਣੇ ਚਾਹੀਦੇ ਨੇ। ਗੁਰੂ ਸਾਹਿਬ ਮਨੁੱਖਤਾ ਦੇ ਦਰਦੀ ਸਨ। ਅਸੀਂ ਅੱਜ ਤੇ ਬੰਦਾ ਆਪਣੇ ਧੀਆਂ ਪੁੱਤਰ ਬੁਰੇ ਕੰਮ ਕਰਦੇ ਹੋਣ ਨਾ, ਤੇ ਬੰਦਾ ਕਹਿੰਦਾ ਕਿਸੇ ਦੀ ਜ਼ਿੰਦਗੀ 'ਚ ਕੋਈ ਗੱਲ ਨਹੀਂ, ਕੋਈ ਇੰਟਰਫੇਅਰ ਨਾ ਕਰੋ। ਪਰ ਗੁਰੂ ਸਾਹਿਬ ਜੀ ਨੇ ਜਿੱਥੇ ਜਿੱਥੇ, ਜੇ ਮੱਕੇ ਦੇ ਅੰਦਰ ਕੋਈ ਗਲਤ ਗੱਲ ਹੋ ਰਹੀ ਸੀ ਵੀ ਇੱਕ ਪਾਰਟੀਕੂਲਰ ਜਗ੍ਹਾ ਨੂੰ ਰੱਬ ਦਾ ਘਰ ਜਾਂ ਜੋਗੀਆਂ ਨੂੰ ਦੀਆਂ ਪਰੰਪਰਾਵਾਂ
ਹਰ ਥਾਂ ਤੇ ਜਾ ਕੇ ਇੰਟਰਫੇਅਰ ਕਰਕੇ ਤੇ ਇੱਕ ਨਵੀਂ ਵਿਚਾਰਧਾਰਾ ਗੁਰੂ ਸਾਹਿਬ ਜੀ ਨੇ ਦਿੱਤੀ। ਇਸ ਕਰਕੇ ਗੁਰੂ ਸਾਹਿਬ ਜੀ ਦਾ ਹੁਕਮਨਾਮੇ ਦੇ ਸ਼ਬਦ ਤੁਸੀਂ ਕਈ ਵਾਰੀ ਸਰਵਣ ਕੀਤੇ ਹੋਣਗੇ। ਹਜ਼ੂਰ ਕਹਿੰਦੇ ਨੇ, ਬ੍ਰਹਮਾ ਵਿਸ਼ਨ ਮਹਾਦੇਵ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੈ ਨਾ ਚੇਤਾ ਬਪੜੇ, ਹਰ ਗੁਰਮੁਖ ਸੋਝੀ ਪਾਈ। ਵੀ ਇਹ ਜਿਹੜੇ ਜਿਨ੍ਹਾਂ ਨੂੰ ਕਿੱਥੇ ਰੱਬ ਸਮਝਿਆ ਜਾਂਦਾ ਸੀ, ਤੇ ਰੱਬ ਸਮਝ ਕੇ ਵੇਖੋ ਬਹੁਤ ਸਾਰਾ ਇਲਾਕਾ ਹੈ, ਹਜ਼ਾਰਾਂ ਲੋਕ ਨੇ, ਬੰਦਾ ਮੰਦਿਰਾਂ ਦੇ ਵਿੱਚ ਜਾ ਰਿਹਾ ਤੇ ਉਹਨਾਂ ਨੂੰ ਮਨਾਉਣ ਦਾ ਯਤਨ ਕਰ ਰਿਹਾ, ਉਹਨਾਂ ਕੋਲੋਂ ਕਰਾਮਾਤਾਂ ਤੇ 92 ਲੱਗਾ ਹੋਇਆ, ਕਿਉਂਕਿ ਉਹ ਪ੍ਰੇਟ ਬੁੱਤ ਨੂੰ ਪੁਜਾਰੀ ਕਰ ਰਿਹਾ ਤੇ ਲੋਕਾਂ ਨੂੰ ਕਹਿ ਰਿਹਾ ਜਿੰਨਾ ਤੁਸੀਂ ਇੱਥੇ ਫਲ ਫਰੂਟ ਰੱਖ ਦਿਓਗੇ, ਜਿੰਨੀ ਮਾਇਆ ਰੱਖ ਦੋਗੇ, ਜਿੰਨਾ ਸੋਨਾ ਅਰਪਣ ਕਰੋਗੇ, ਇਹ ਸਾਰਾ ਗੋਡ ਕੋਲ ਪਹੁੰਚਦਾ ਪਿਆ ਤੇ ਤੁਹਾਨੂੰ ਰੱਬ ਕਿਰਪਾ ਬਹੁਤ ਜ਼ਿਆਦਾ ਕਰੇਗਾ ਜੀਵਨ 'ਚ। ਇਹ ਫਾਹੀ ਸੀ ਵੀ ਬਚਪਨ ਤੋਂ ਲੈ ਕੇ ਸਾਰੀ ਜ਼ਿੰਦਗੀ ਬੰਦਾ ਆਪਣੀ ਜਿਹੜੀ ਮਿਹਨਤ ਮੁਸ਼ੱਕਤ ਨਾਲ ਕਮਾਇਆ ਹੋਇਆ ਸਰਮਾਇਆ ਉਹਦੇ ਅੱਗੇ ਰੱਖ ਦੇ, ਉਹਨੂੰ ਵਰਤੇ। ਤੇ ਇਹ ਅਸਲ ਦੇ ਵਿੱਚ ਕੰਮ ਉਹਨਾਂ ਤੇ ਵੀ ਨਹੀਂ ਆਇਆ, ਉਹਨਾਂ ਲਈ ਵੀ ਫਾਹਾ ਸੀ। ਫਾਹਾ ਕੀ ਸੀ? ਮੰਦਰ ਤੇ ਸੋਨੇ ਬਣ ਗਏ, ਆਮ ਬੰਦੇ ਗਰੀਬ ਹੋ ਗਏ। ਫਿਰ ਹਮਲਾਵਰ ਜਦੋਂ ਆਉਂਦੇ ਨੇ ਹਿੰਦੁਸਤਾਨ ਤੇ ਅਟੈਕ ਕਰਦੇ ਨੇ, ਉਹਨਾਂ ਨੇ ਸੋਚਿਆ ਵੀ ਜੇ ਇੱਕ ਪਿੰਡ ਲੁੱਟਾਂਗੇ ਤੇ ਉਹਨਾਂ ਪੈਸਾ ਨਹੀਂ ਮਿਲਣਾ, ਸੋਨਾ ਨਹੀਂ ਮਿਲਣਾ, ਕਿਉਂ ਨਾ ਅਸੀਂ ਮੰਦਰਾਂ ਨੂੰ ਹੀ ਲੁੱਟੀਏ। ਤੇ ਉਹਨਾਂ ਦੇ ਆਪਣੇ ਲੋਕਾਂ ਦੇ ਵੀ ਸਰਮਾਇਆ ਕੰਮ ਨਹੀਂ ਆਉਣ ਦਿੱਤਾ ਤੇ ਉਹਨਾਂ ਕੋਲੋਂ ਵੀ ਕੁੱਟ ਕੇ ਖੋਹ ਕੇ ਲੈ ਜਾਂਦੇ ਸਨ। ਵੱਡੇ ਮੰਦਰ ਟੁੱਟਦੇ ਸਨ ਤੇ ਹਜ਼ਾਰਾਂ ਦਾ ਉਹਨਾਂ ਨੂੰ ਲੱਗਦਾ ਸੀ ਵੀ ਕਈ ਪਿੰਡ ਉਜਾੜਨ ਨਾਲੋਂ ਅਸਲ ਦੇ ਵਿੱਚ ਜੇ ਇੱਕ ਹੀ ਮੰਦਰ ਨੂੰ ਹੱਥ ਪਾਵਾਂਗੇ, ਉੱਥੇ ਪੁਜਾਰੀਆਂ ਨੇ ਬਹੁਤ ਮਾਇਆ ਰੱਖੀ ਹੋਈ ਹੈ। ਤੇ ਗੁਰੂ ਸਾਹਿਬ ਜੀ ਨੇ ਉਹ ਅਸਲ ਦੇ ਵਿੱਚ ਅੰਧ ਵਿਸ਼ਵਾਸਾਂ ਦੇ ਫਾਹੇ ਕੱਢ ਕੇ ਸਾਡੇ ਤੇ ਇੱਕ ਨਵੀਂ ਕੌਮ ਸਿਰ ਦਿੱਤੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਜਿੱਤ ਸੀ ਵੀ ਜਿਨ੍ਹਾਂ ਨੂੰ ਰਾਖਸ਼ ਕਿਹਾ ਜਾਂਦਾ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਰਾਖਸ਼ ਨਹੀਂ ਰਹਿਣ ਦਿੱਤਾ। ਉਹਨਾਂ ਨੂੰ ਬੰਦਿਆਂ ਤੋਂ ਵੀ ਵੱਧ ਸਤਿਕਾਰ ਦੇ ਨਾਲ ਭਾਈ ਮਰਦਾਨਾ ਜੀ ਨੂੰ ਭਾਈ ਜੀ ਕਿਹਾ, ਕੋਡੇ ਭੀਲ ਨੂੰ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਿੱਖ ਬਣਾ ਕੇ ਜਿਹੜਾ ਸਤਿਕਾਰ ਦਿੱਤਾ। ਤੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਸੀ ਜਿੱਥੇ ਇਨਸਾਨੀਅਤ ਜਿੱਤਦੀ ਜਾ ਰਹੀ ਸੀ, ਜਿੱਥੇ ਸੱਚ ਸੰਤੋਖ ਦਇਆ ਧਰਮ ਰੱਬ ਦੀ ਭਗਤੀ ਜਿੱਤਦੀ ਜਾ ਰਹੀ ਸੀ। ਤੇ ਗੁਰੂ ਨਾਨਕ ਸਾਹਿਬ ਜਿਹੜੇ ਪਿੰਡ 'ਚੋਂ ਲੰਘ ਜਾਂਦੇ ਸਨ, ਉੱਥੇ ਰੱਬ ਦੀ ਭਗਤੀ ਦੀ ਜਿੱਤ ਹੁੰਦੀ ਸੀ, ਇਨਸਾਨੀਅਤ ਦੀ ਜਿੱਤ ਹੁੰਦੀ ਸੀ, ਅਸਲ ਦੇ ਵਿੱਚ ਚੰਗੇ ਗੁਣਾਂ ਦੀ ਜਿੱਤ ਹੁੰਦੀ ਸੀ। ਇਸ ਕਰਕੇ ਦੇਵ ਦਾਨੋ ਰਾਖਸ਼ ਦੈਂਤ ਸਭ, ਚਿੱਤਰਗੁਪਤ ਸਭ ਚਰਨੀ ਲਾਇਆ। ਜਿਹੜੇ ਚਿੱਤਰਗੁਪਤ ਕੀ ਸਨ, ਮੁਸਲਮਾਨਾਂ ਦੇ ਵਿੱਚ ਵੀ ਇੱਕ ਮਾਨਤਾ ਹੈ ਵੀ ਸਾਡੇ ਮੋਢਿਆਂ ਦੇ ਉੱਤੇ ਦੋ ਜਿਹੜੇ ਫਰਿਸ਼ਤੇ ਬੈਠੇ ਹੋਏ ਨੇ ਤੇ ਸਾਡੇ ਸਾਰੇ ਹਿਸਾਬ ਕਿਤਾਬ ਲਿਖ ਰਹੇ ਨੇ, ਜੋ ਬੰਦਾ ਚੰਗਾ ਮਾੜਾ ਕੰਮ ਕਰਦਾ। ਇਸੇ ਤਰ੍ਹਾਂ ਹਿੰਦੂਇਜ਼ਮ ਦੇ ਵਿੱਚ ਵੀ ਫਿਲਾਸਫੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਨਵੀਂ ਆਈਡੀਓਲੋਜੀ ਦਿੱਤੀ ਵੀ ਰੱਬ ਨੂੰ ਕਿਸੇ ਦੀ ਲੋੜ ਨਹੀਂ। ਤੇ ਜਦੋਂ ਅਸੀਂ ਬਾਣੀ ਦੇ ਸ਼ਬਦ ਪੜ੍ਹਦੇ ਹਾਂ, ਹਟ ਪਟਨ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਤੇ ਕਹਾਂ ਛੁਪਾਵੈ। ਵੀ ਰੱਬ ਨੂੰ ਕਿਸੇ ਹੋਰ ਦੀ ਮਹਿਕਮੇ ਦੀ ਲੋੜ ਹੀ ਨਹੀਂ, ਉਹ ਤੇ ਹਰ ਥਾਂ ਤੇ ਵੇਖ ਹੀ ਰਿਹਾ। ਇਸ ਕਰਕੇ ਕਿਸੇ ਕੋਲੋਂ ਵੇਹੀ ਜਿਹੜੀ ਲਿਖੀ ਹੋਈ ਵਹੀ ਮੰਗਾਉਣ ਦੀ ਲੋੜ ਨਹੀਂ ਰਹੇਗੀ। ਉਹ ਆਪਣੇ ਆਪ ਹੀ ਜਿਹੜਾ ਪਲ ਪਲ ਵੇਖ ਕੇ ਜਿਹੜਾ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਉਸ ਦੇ ਵਿੱਚ ਇਹਦਾ ਮਤਲਬ ਜਿਹੜਾ ਉਹਨਾਂ ਦਾ ਜੁਡੀਸ਼ਰੀ ਦਾ ਮਹਿਕਮਾ ਸੀ ਨਾ, ਜਿਹੜਾ ਉਹਨਾਂ ਦਾ ਪੈਮਾਨਾ ਸੀ, ਪੈਰਾਮੀਟਰ, ਉਹਨੂੰ ਵੀ ਗੁਰੂ ਸਾਹਿਬ ਨੇ ਚੈਲੰਜ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਦੀ ਜਿੱਤ ਸੀ ਅਸਲ ਦੇ ਵਿੱਚ। ਤੇ ਫਿਰ ਅੱਗੇ ਚੱਲ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਇੰਦਰ ਆਸਣ ਅਪਸਰਾਂ ਰਾਗ ਰਾਗਣੀ ਮੰਗਲ ਗਾਇਆ। ਲੋਕ ਇੰਦਰ ਵਰਗੇ ਆਸਣ ਦੇ ਰਾਜੇ ਸਨ, ਇੱਥੇ ਛੋਟੇ ਛੋਟੇ ਪ੍ਰਿੰਸਲੀ ਜਿਹੜੇ ਸਟੇਟ ਸਨ, ਜਿਨ੍ਹਾਂ ਦੇ ਵਿੱਚ ਜਿਹੜੇ ਰਾਜੇ ਸਨ ਉਹ ਵੀ ਅਸਲ ਦੇ ਵਿੱਚ ਰੰਗ ਰਾਸ ਦੇ ਵਿੱਚ, ਕਿਉਂਕਿ ਗੁਰੂ ਸਾਹਿਬ ਨੇ ਜਦੋਂ ਐਮਨਾਬਾਦ ਤੇ ਹਮਲਾ ਹੋਇਆ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਧੰਨ ਜੋਬਨ ਦੋਏ ਵੈਰੀ ਹੋਏ ਜਿਹਨੇ ਰੱਖੇ ਰੰਗ ਲਾਏ। ਵੀ ਬਾਬਰ ਉੱਥੋਂ ਹਮਲਾਵਰ ਬਣ ਕੇ ਆਇਆ, ਇੱਥੋਂ ਦੇ ਲੋਕਾਂ ਨੇ ਆਪ ਜੋ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਤੇ ਉਹ ਪਲੈਨਿੰਗ ਨਾਲ ਕੰਮ ਨਹੀਂ ਕੀਤਾ, ਜਿਸ ਕਰਕੇ ਇਹ ਧਨ ਦੌਲਤ ਦੇ ਨਸ਼ੇ ਦੇ ਵਿੱਚ, ਰਾਸ ਲੀਲਾ ਦੇ ਵਿੱਚ ਹੀ ਗਵਾਚੇ ਰਹੇ ਨੇ। ਤੇ ਇਸ ਕਰਕੇ ਇਹਨਾਂ ਦੀ ਬਰਬਾਦੀ ਦੀ ਕਹਾਣੀ ਇਹਨਾਂ ਦੀਆਂ ਵਾਸ਼ਨਾਵਾਂ ਨੇ, ਇਹਨਾਂ ਦੇ ਮਨੋਰੰਜਨ ਕਰਨ ਦੀਆਂ ਬਿਰਤੀਆਂ ਨੇ ਲਿਖੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ
ਉਹ ਜਿਹੜੇ ਆਸਨ ਸਨ ਉਹਨਾਂ ਦੇ ਬਾਰੇ ਵੀ ਲੋਕਾਂ ਨੂੰ ਅਸਲੀਅਤ ਦੱਸੀ। ਤੇ ਗੁਰੂ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਰਾਗ ਰਾਗਣੀ ਮੰਗਲ ਗਾਇਆ। ਫਿਰ ਸਿੱਖਾਂ ਨੂੰ ਇੱਕ ਨਵਾਂ ਅਸਲ ਦੇ ਵਿੱਚ ਸੰਗੀਤ, ਉਹ ਸੀ ਭਗਤੀ, ਅਕਾਲ ਪੁਰਖ ਵਾਹਿਗੁਰੂ ਦੀ ਕੀਰਤਨ ਦੇ ਰੂਪ ਦੇ ਵਿੱਚ। ਗੁਰੂ ਸਾਹਿਬ ਜੀ ਨੇ ਕਿਹਾ ਦੁਨਿਆਵੀ ਗੀਤਾਂ ਦੇ ਵਿੱਚ ਜਾਂ ਸੰਗੀਤ ਦੇ ਵਿੱਚ ਨਾ ਉਲਝੋ, ਅਸਲ ਦੇ ਵਿੱਚ ਰੱਬ ਦੀ ਭਗਤੀ ਦੇ ਗੀਤ ਗਾਵੋ। ਇਹ ਰਾਗ ਰਾਗਨੀਆਂ ਨੂੰ ਮੋੜ ਦਿੱਤਾ ਗੁਰੂ ਸਾਹਿਬ ਜੀ ਨੇ, ਵੀ ਅਸਲ ਦੇ ਵਿੱਚ ਨਵਾਂ ਸੰਗੀਤ ਇੰਟਰੋਡਿਊਸ ਕੀਤਾ, ਜਿਹਨੂੰ ਅਸੀਂ ਗੁਰਮਤਿ ਮਿਊਜ਼ਿਕ ਵੀ ਅੱਜ ਕਹਿ ਦਿੰਦੇ ਹਾਂ। ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਮੰਗਲ ਗਾਇਆ ਦਾ ਮਤਲਬ ਰੱਬ ਦੀ ਭਗਤੀ ਕਰਨੀ ਸਿਖਾ ਦਿੱਤੀ। ਬੰਦੇ ਦੀ એનર્ਜੀ ਨੂੰ ਟੋਟਲੀ ਕਨਵਰਟ ਕਰ ਦਿੱਤਾ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਬੰਦੇ ਦੀ ਬਿਰਤੀ ਨੂੰ। ਇਸ ਕਰਕੇ ਹਿੰਦੂ ਮੁਸਲਮਾਨ ਨਿਭਾਇਆ। ਗੁਰੂ ਸਾਹਿਬ ਜੀ ਨੇ ਉਹ ਵਿਚਾਰਧਾਰਾ ਦਿੱਤੀ ਜਿਹੜੀ ਕਿਸੇ ਅੱਗੇ ਨਹੀਂ ਸੀ ਨਿਭਦੀ। ਅੱਜ ਵੀ ਜਿਨ੍ਹਾਂ ਨੂੰ ਆਪ ਨਿੱਠ ਕੇ ਬਾਣੀ ਪੜ੍ਹਨ ਦੀ ਆਦਤ ਹੈ, ਤੁਸੀਂ ਕੰਪੈਰੀਟਿਵ ਸਾਰੇ ਕੱਲੇ ਸਿਧਾਂਤ ਚੁੱਕ ਲਿਓ ਵੀ ਕਿਸੇ ਮਜ਼ਹਬ 'ਚ ਰੱਬ ਦਾ ਕਨਸੈਪਟ ਕੀ ਹੈ, ਆਤਮਾ ਉਹ ਕਿਹਨੂੰ ਕਹਿੰਦੇ ਨੇ, ਆਤਮਾ ਤੇ ਪਰਮਾਤਮਾ ਦਾ ਮਿਲਾਪ ਕਿਵੇਂ ਹੋਏਗਾ, ਫਿਰ ਧਰਤੀ ਤੇ ਸਰੀਰ ਨਾਲ ਕੰਮ ਕੀ ਕਰਨੇ ਚਾਹੀਦੇ ਨੇ ਧਾਰਮਿਕ ਬੰਦੇ ਨੂੰ, ਰਾਜਨੀਤੀ ਦੇ ਵਿੱਚ ਕਿਵੇਂ ਰੋਲ ਪਲੇ ਕਰਨਾ ਚਾਹੀਦਾ ਹੈ, ਸਮਾਜ ਕਿਵੇਂ ਦਾ ਹੋਵੇ ਧਾਰਮਿਕ ਬੰਦੇ ਦਾ, ਤੇ ਤੁਹਾਨੂੰ ਲੱਗੇਗਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਦੇ ਬਰਾਬਰ ਹੋਰ ਕੋਈ ਨਹੀਂ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ, ਜਿਨੇ ਅਸਲ ਦੇ ਵਿੱਚ ਇੰਨਾ ਪ੍ਰਗਾੜ ਪ੍ਰਭਾਵ ਪਾਇਆ। ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਗੱਲ ਕਰਦੇ ਨੇ ਨਾ, ਉਹ ਫਿਰ ਸਾਰੀ ਮਨੁੱਖਤਾ ਦੀ ਵੀ ਗੱਲ ਕਰਦੇ ਨੇ। ਗੁਰੂ ਸਾਹਿਬ ਆਪਣੇ ਆਪ ਨੂੰ ਜਗਿਆਸੂ ਰੂਪ ਜਿਹਦੇ ਵਿੱਚ ਪੇਸ਼ ਕਰਕੇ ਸਾਨੂੰ ਵੀ ਇਹ ਮਨੁੱਖਤਾ ਦੇ ਜੀਵਨ ਦੀ ਬਾਜੀ ਜਿੱਤਣ ਦੀ ਪ੍ਰੇਰਨਾ ਕਰਦੇ ਨੇ। ਅੱਜ ਹਜ਼ੂਰ ਕਹਿ ਰਹੇ ਨੇ ਫਾਹੇ ਕਾਟੇ, ਇੱਕ ਤੇ ਅਗਿਆਨਤਾ ਦੇ ਫਾਹੇ, ਉਹ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਕੱਟੇ ਜਾਣੇ ਨੇ। ਅੰਦਰ ਦੀਆਂ ਵਾਸ਼ਨਾਵਾਂ ਦੇ ਜਿਹੜੇ ਅਸਲ ਦੇ ਵਿੱਚ ਫਾਹੇ ਨੇ, ਉਹ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਸਮਰਪਣ ਡੈਡੀਕੇਸ਼ਨ ਦੇ ਨਾਲ ਉਹ ਕੱਟੇ ਜਾਣੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਦੇ ਨਾਲ ਹੁੰਦਾ ਕੀ ਹੈ, ਫਾਹੇ ਕਾਟੇ ਮਿਟੇ ਗਵਨ ਆਵਾਗਾਨ, ਜਿਹੜਾ ਟਰਾਂਸਮਾਈਗ੍ਰੇਸ਼ਨ ਆਫ ਸੋਲ ਜਿਹਨੂੰ ਕਿਹਾ ਜਾਂਦਾ ਨਾ, ਜਾਂ ਰੀਇਨਕਾਰਨੇਸ਼ਨ, ਵੀ ਬਾਰ-ਬਾਰ ਆਤਮਾ ਆਉਂਦੀ ਹੈ ਤੇ ਫਿਰ ਜਿਹੜੀ ਚਲੀ ਜਾਂਦੀ ਹੈ। ਇਹਨੂੰ ਨਾ ਸਿੱਖ ਧਰਮ ਦੇ ਵਿੱਚ ਅੱਜ ਦੋ ਤਰੀਕੇ ਨਾਲ ਮੰਨਿਆ ਜਾਂਦਾ। ਵੈਸੇ 2000 ਤੋਂ ਪਹਿਲਾਂ ਤੇ ਤਕਰੀਬਨ ਸਾਰੇ ਸਿੱਖਾਂ ਦੇ ਵਿੱਚ ਇਹਦੇ ਬਾਰੇ ਇੱਕੋ ਹੀ ਮਤ ਸੀ ਵੀ ਜਿਹੜੀ ਆਤਮਾ ਸਰੀਰ ਦੇ ਵਿੱਚੋਂ ਨਿਕਲਦੀ ਹੈ ਤੇ ਉਹ ਫਿਰ ਕਿਧਰੇ ਚਲੀ ਜਾਂਦੀ ਹੈ, ਤੇ ਅਸਲ ਦੇ ਵਿੱਚ ਆਪਣੇ ਲਿਖੇ ਹੋਏ ਕਰਮਾਂ ਦੇ ਮੁਤਾਬਕ ਬਾਰ-ਬਾਰ ਜੰਮਦੀ ਮਰਦੀ। ਉਹਦੇ ਬਾਣੀ ਦੇ ਵੀ ਸ਼ਬਦਾਂ ਦੀ ਵਿਆਖਿਆ ਇਸ ਤਰ੍ਹਾਂ ਹੁੰਦੀ ਸੀ, ਜਿਵੇਂ ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਤੇ ਉਹਦੇ 'ਚ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਉਤਰੈ। ਵੀ ਜਿਹੜਾ ਸਾਰੀ ਜ਼ਿੰਦਗੀ ਪੈਸੇ ਦਾ ਹੀ ਮਿੱਤਰ ਬਣਿਆ ਰਹੇ ਤੇ ਉਹਦੇ ਅੰਦਰ ਸਿਮਰਨ ਪੈਸੇ ਦਾ ਹੀ ਚੱਲਦਾ ਰਹੇ, ਯਾਦ ਵੀ ਥਾਟ ਪ੍ਰੋਸੈਸ, ਵੀ ਵੱਧ ਤੋਂ ਵੱਧ ਮੇਰੇ ਕੋਲ ਪੈਸਾ ਹੋ ਜਾਏ, ਧਨ ਦੌਲਤ ਹੋ ਜਾਏ। ਉਹ ਬੰਦਾ ਜਦੋਂ ਚੜ੍ਹਾਈ ਕਰਦਾ ਤੇ ਅਗਲੀ ਜੋਨੀ ਉਹਨੂੰ ਸੱਪ ਦੀ ਮਿਲਦੀ, ਇਹ ਅਰਥ ਕੀਤੇ ਜਾਂਦੇ ਸਨ। ਤੇ ਹਿੰਦੂਇਜ਼ਮ ਵੀ ਇਸੇ ਤਰ੍ਹਾਂ ਤਕਰੀਬਨ ਕਹਿੰਦਾ ਇਸ ਮਾਮਲੇ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੋਇਟਰਿਕ ਜਿਹੜੀ ਲੈਂਗੁਏਜ ਹੈ, ਤੇ ਅਸਲ ਦੇ ਵਿੱਚ ਕਿਉਂਕਿ ਵੱਖ-ਵੱਖ ਧੜੇ ਇਹਦੀ ਵਿਆਖਿਆ ਕਰ ਰਹੇ ਨੇ, ਤੇ ਅੱਜ ਕੁਝ ਲੋਕ ਜਿਹੜੇ ਆਤਮਾ ਦਾ ਕਨਸੈਪਟ ਨਹੀਂ ਮੰਨਦੇ, ਉਹ ਕਹਿੰਦੇ ਨੇ ਜਿਉਂਦਿਆਂ ਹੀ ਬੰਦਾ ਅਸਲ ਦੇ ਵਿੱਚ, ਉਹ ਕਹਿੰਦੇ ਨੇ ਜਦੋਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ 2-3 ਸ਼ਬਦ ਨੇ ਤੁਹਾਡੇ ਸਾਹਮਣੇ ਰੱਖਣੇ ਨੇ, ਕਿਉਂਕਿ ਤੁਸੀਂ ਰੋਜ਼ ਵਿਚਾਰ ਕਰਦੇ ਹੋ ਇੱਥੇ ਬਹਿ ਕੇ। ਇੱਕ ਸ਼ਬਦ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਉਹਦੇ ਵਿੱਚ ਇੱਕ ਸ਼ਬਦ ਹੈ, ਸਾਧ ਸੰਗਤ ਭਇਓ ਜਨਮ ਪ੍ਰਾਪਤ, ਵੀ ਸੰਗਤ ਦੇ ਰਾਹੀਂ ਮੈਨੂੰ ਜਨਮ ਮਿਲਿਆ। ਹੁਣ ਵੇਖੋ, ਜਿਵੇਂ ਅਸੀਂ ਸੰਗਤ ਦੇ ਵਿੱਚ ਬੈਠੇ ਹਾਂ ਨਾ, ਸਾਨੂੰ ਫਿਜ਼ੀਕਲੀ ਜਨਮ ਤਾਂ ਨਹੀਂ ਮਿਲਿਆ। ਫਿਜ਼ੀਕਲੀ ਤਾਂ ਪਹਿਲਾਂ ਹੀ ਬੰਦਾ ਮਾਤਾ ਪਿਤਾ ਦੇ ਘਰ ਜਨਮ ਲੈਂਦਾ, ਤੇ ਜਦੋਂ ਅਸੀਂ ਆਨੇ ਹਾਂ, ਸਾਡੇ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜਦੋਂ ਅੱਜ ਜਿਵੇਂ
ਅੱਜ 6 ਜਨਵਰੀ ਨੂੰ ਅੰਮ੍ਰਿਤ ਸੰਚਾਰ ਰੱਖਿਆ ਤੇ ਬੰਦਾ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੂਰਾ ਸਮਰਪਿਤ ਹੋ ਜਾਏ ਤੇ ਫਿਰ ਉਹਦਾ ਆਵਾਗੁਣ ਕੱਟਿਆ ਜਾਂਦਾ। ਅਸੀਂ ਇਹ ਮੰਨਦੇ ਹਾਂ ਵੀ ਗੁਰੂ ਦੇ ਘਰ ਜਨਮ ਹੋ ਜਾਂਦਾ ਉਹਦਾ, ਉਹ ਫਿਰ ਜੋ ਵੀ ਹੈ ਉਹਦਾ ਪੁਰਾਣਾ ਜਨਮ ਨਹੀਂ ਰਹੇਗਾ, ਉਹ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਬਣ ਕੇ ਵਿਚਰੇਗਾ ਤੇ ਇਹਦਾ ਮਤਲਬ ਗੁਰੂ ਦੇ ਘਰ ਦੇ ਵਿੱਚ ਉਹਦਾ ਜਨਮ ਹੋ ਜਾਏਗਾ। ਇਹ ਇਸ ਕਰਕੇ ਇੱਕ ਤੇ ਜਨਮ ਇਹ ਮੰਨਿਆ ਜਾਂਦਾ ਜਦੋਂ ਬੰਦੇ ਦੀ ਅੰਦਰ ਦੀ ਆਈਡੀਓਲੋਜੀ ਵਿਚਾਰਧਾਰਾ ਬਦਲ ਜਾਏ, ਅੰਦਰ ਦੀਆਂ ਵਾਸ਼ਨਾਵਾਂ ਤੇ ਟੋਟਲ ਬੰਦਾ ਕੰਟਰੋਲ ਕਰ ਲਏ ਤੇ ਗੁਰੂ ਦੇ ਮੁਤਾਬਕ ਜੀਣਾ ਸ਼ੁਰੂ ਕਰ ਦੇ, ਫਿਰ ਉਹ ਜਿਉਂਦਾ ਬੰਦਾ ਸੱਪ ਨਹੀਂ ਬਣੇਗਾ। ਮੈਂ ਕੱਲ ਵੀ ਕਈ ਵਾਰੀ ਅਰਜ਼ ਕੀਤੀ ਹੈ, ਸੱਪਾਂ ਨੇ ਅੱਜ ਤੱਕ ਦੁਨੀਆ ਨੂੰ ਡੰਗ ਕੇ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਬੰਦੇ ਨੇ ਲਾਲਚ ਬਸ ਹੋ ਕੇ ਦੁਨੀਆ ਨੂੰ ਤਬਾਹ ਕੀਤਾ। ਕਰੋੜਾਂ ਦੇ ਕਤਲ ਕੀਤੇ ਨੇ ਬੰਦੇ ਨੇ। ਇਸ ਕਰਕੇ ਸਭ ਤੋਂ ਜ਼ਿਆਦੀ ਗੱਲ ਹੈ ਬੰਦੇ ਦਾ ਅੰਦਰੋਂ ਬਦਲ ਜਾਣਾ ਤੇ ਬੰਦੇ ਦਾ ਆਪਣੇ ਲੋਭ ਦੇ ਉੱਤੇ, ਵਾਸ਼ਨਾਵਾਂ ਦੇ ਉੱਤੇ ਕੰਟਰੋਲ ਕਰ ਲੈਣਾ। ਫਿਰ ਦੂਸਰਾ ਇਸ ਦਾ ਬੰਦ ਹੈ ਸ਼ਬਦ, ਇਸੇ ਸ਼ਬਦ ਦਾ ਭਗਤ ਤਰਲੋਚਨ ਜੀ ਦਾ ਤੇ ਉਹ ਜ਼ਿਕਰ ਕਰਦੇ ਨੇ, ਅੰਤ ਕਾਲ ਜੇ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵੇਸ਼ਵਾ ਜੌਨ ਵਲ ਵਲ ਉਤਰੈ। ਹੁਣ ਵੇਸ਼ਵਾ ਤੇ ਪ੍ਰੋਸਟੀਟਿਊਟ ਕੋਈ ਜੂਨ ਨਹੀਂ ਹੁੰਦੀ, ਕੋਈ ਸਪੀਸੀਜ਼ ਵੱਖਰੀ ਨਹੀਂ ਵੀ ਮਨੁੱਖਾ ਜੀਵਨ ਹੋ ਰਿਹਾ ਤੇ ਉਹ ਕੁਝ ਹੋਰ ਹੈ ਕਿਸੇ, ਉਹ ਅਸਲ ਦੇ ਵਿੱਚ ਔਰਤ ਹੀ ਹੁੰਦੀ ਦੂਸਰੀਆਂ ਔਰਤਾਂ ਵਰਗੀ, ਪਰ ਉਹਦੀ ਜਿਹੜੀ ਵਿਚਾਰਧਾਰਾ ਗਲਤ ਹੁੰਦੀ, ਜਿਹੜੀ ਅਸਲ ਦੇ ਵਿੱਚ ਜੀਵਨ ਜਿਉਣ ਦਾ ਢੰਗ ਉਹਦਾ ਗਲਤ ਹੁੰਦਾ। ਇਹਦੇ ਵਿੱਚ ਵੀ ਜਿਹੜੇ ਅਰਥ ਕੀਤੇ ਗਏ ਨੇ ਵੀ ਇਸਤਰੀ ਗੁਰਬਾਣੀ ਦੇ ਵਿੱਚ ਨਾ ਐਸੀ ਇਸਤਰੀ ਕਿ ਰਾਮ ਉਪਾਈ ਮਾਇਆ ਕਹੀ ਗਈ ਹੈ ਤੇ ਜਿਹੜਾ ਬੰਦਾ ਮਾਇਆ ਨੂੰ ਹੀ ਅਸਲ ਦੇ ਵਿੱਚ ਸਿਮਰਦਾ ਰਹੇ ਨਾ, ਮਾਇਆ ਦੇ ਬਹੁਤ ਸਾਰੇ ਰੂਪ ਨੇ, ਉਹ ਜਿਹਨੂੰ ਮਰਜ਼ੀ ਆਪਣਾ ਪਤੀ ਜਿਹੜਾ ਐਕਸੈਪਟ ਕਰ ਲੈਂਦਾ। ਅਸਲ ਦੇ ਵਿੱਚ ਇੱਕ ਅੰਦਰੂਨੀ ਅਰਥ ਇਹ ਕੀਤੇ ਜਾਂਦੇ ਨੇ, ਮੈਂ ਦੋਵੇਂ ਅਰਥ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ ਅਸਲ ਦੇ ਵਿੱਚ ਅੱਜ ਹਰ ਥਾਂ ਤੇ ਜਿਹੜੇ ਵੱਖ-ਵੱਖ ਤਰ੍ਹਾਂ ਦੀ ਸੰਗਤ ਬਾਣੀ ਨੂੰ ਵਿਚਾਰਨ ਵਾਲੀ ਬੈਠੀ ਹੋਈ ਹੈ। ਇਸ ਕਰਕੇ ਇੱਕ ਤਾਂ ਇਹ ਮੰਨਿਆ ਜਾਂਦਾ ਵੀ ਅਗਲੇ ਜਨਮ ਦੇ ਵਿੱਚ ਜਿਹੜਾ ਇਸ ਤਰ੍ਹਾਂ ਹੋਏਗਾ, ਪਰ ਇੱਕ ਪ੍ਰੋਬਲਮ ਹੈ ਜੇ ਪੂਰੀ ਇਮਾਨਦਾਰੀ ਨਾਲ ਬੰਦੇ ਨੇ ਵਿਆਖਿਆ ਕਰਨੀ ਹੋਵੇ ਨਾ ਕਿਸੇ ਨੇ ਵੀ, ਕਿਉਂਕਿ ਜਦੋਂ ਤੱਕ ਐਕਸਪੀਰੀਅੰਸ ਨਹੀਂ, ਅਸੀਂ ਗੁਰਬਾਣੀ ਦੇ ਸ਼ਬਦ ਪੜ੍ਹੇ ਨੇ, ਅਸੀਂ ਬਲੀਵ ਕਰ ਸਕਦੇ ਹਾਂ, ਪਰ ਐਕਸਪੀਰੀਅੰਸ ਜਿਹੜਾ ਮੌਤ ਦਾ ਹੈ ਨਾ, ਉਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਇੱਕ ਦੱਜਾਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਪੀ ਫਿਰ ਹਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਹੇ ਸਮਾਹੀ। ਵੀ ਜਦੋਂ ਬੰਦਾ ਮਰਦਾ ਹੈ ਉਸ ਤੋਂ ਬਾਅਦ ਆਪਾਂ ਤੇ ਸ਼ਮਸ਼ਾਨ ਘਾਟ ਤੱਕ ਹੀ ਵੇਖੇ ਨੇ ਬੰਦੇ ਜਾਂਦੇ, ਜਾਂ ਕੋਈ ਦੱਬ ਦਿੰਦਾ ਜਾਂ ਸੰਸਕਾਰ ਕਰ ਦਿੰਦਾ। ਪਾਰਸੀ ਲੋਕ ਉਹਨੂੰ ਦੁੱਧ ਦਹੀਂ ਲਾ ਕੇ ਕਾਮਾ ਕੁੱਤਿਆਂ ਦੇ ਲਈ ਛੱਡ ਦਿੰਦੇ ਨੇ, ਹੋਰ ਵੱਖ-ਵੱਖ ਆਪਣੇ ਕਲਚਰ ਦੇ ਮੁਤਾਬਕ ਉਹ ਦੇਹ ਦਾ ਜਿਹੜਾ ਉਹਨੂੰ ਡਿਸਮੈਂਟਲ ਕਰਨ ਦੇ ਲਈ ਯਤਨ ਕਰਦੇ ਨੇ, ਪਰ ਅਸਲ ਦੇ ਵਿੱਚ ਕਿਸੇ ਬੰਦੇ ਨੂੰ ਨਹੀਂ ਪਤਾ ਵੀ ਉਹਦੇ ਨਾਲ ਕੀ ਵਾਪਰ ਰਿਹਾ ਤੇ ਉਹ ਕਿੱਥੇ ਗਿਆ। ਸਾਨੂੰ ਵੀ, ਅਸੀਂ ਵੀ ਜਿੰਨਾ ਨਾ ਅਸੀਂ ਸੁਣਿਆ ਤੇ ਦੋਵਾਂ ਤਰ੍ਹਾਂ ਦੀ ਵਿਚਾਰਧਾਰਾ ਬੰਦਾ ਸੁਣ ਲੈਂਦਾ, ਕਿਉਂਕਿ ਅੱਜ ਤੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹਨਾਂ ਟੌਪਿਕਾਂ ਤੇ ਕਈ ਵਾਰੀ ਡਿਬੇਟ ਹੁੰਦੀ, ਪਰ ਸਾਡੇ ਕੋਲ ਜਿਹੜਾ ਐਕਸਪੀਰੀਅੰਸ ਨਹੀਂ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਨਾ ਵੀ ਸਾਧ ਸੰਗਤ ਭਇਓ ਜਨਮ ਪ੍ਰਾਪਤ, ਵੀ ਸੰਗਤ ਦੇ ਨਾਲ ਜਨਮ ਹੋਇਆ ਤੇ ਹੁਣ ਸਾਡਾ ਫਿਜ਼ੀਕਲੀ ਤੇ ਹੋਇਆ ਨਹੀਂ, ਸਾਡੀ ਤੇ ਵਿਚਾਰਧਾਰਾ ਬਦਲਦੀ, ਜਿਹਦੀ ਵੀ ਬਦਲੇਗੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਇਹ ਸ਼ਬਦਾਂ ਨੂੰ ਲੈ ਕੇ ਇਸ ਤਰ੍ਹਾਂ ਵਿਆਖਿਆ ਕੀਤੀ ਜਾਂਦੀ। ਪਰ ਇੱਥੇ ਇੱਕ ਗੱਲ ਹੈ, ਕਿਉਂਕਿ ਜੇ ਸਾਡੀ ਵਿਚਾਰਧਾਰਾ ਵੱਖਰੀ ਵੱਖਰੀ ਵੀ ਹੋਵੇ ਨਾ ਸੰਸਥਾਵਾਂ ਦੀ, ਸੰਪਰਦਾਵਾਂ ਦੀ, ਸਾਡੇ 'ਚ ਬਹੁਤਾ ਕੋਈ ਅੰਤਰ ਨਹੀਂ ਹੈ ਵੀ ਅਸੀਂ ਉੱਥੇ ਆਪਸ 'ਚ ਲੜੀਏ ਜਾਂ ਝਗੜੀਏ ਜਾਂ ਇੱਕ ਦੂਜੇ ਦੇ ਪੱਕੇ ਦੁਸ਼ਮਣ ਬਣ ਜਾਈਏ। ਤੁਸੀਂ ਵੇਖੋ ਜਿਵੇਂ ਰੋਮਨ ਕੈਥੋਲਿਕ ਤੇ ਪ੍ਰੋਟੈਸਟੈਂਟ ਨੇ ਨਾ, ਉਹਨਾਂ ਦਾ ਬਹੁਤ ਵੱਡਾ ਅੰਤਰ ਹੈ ਆਈਡੀਓਲੋਜੀ ਦਾ। ਇਸ ਤਰ੍ਹਾਂ ਸ਼ੀਆ ਸੁੰਨੀ ਦਾ ਵੀ ਹੈ। ਦੋਵਾਂ ਦੀ ਅਪਰੋਚ ਕੀ ਹੈ ਵੀ ਜਿਹੜੇ ਲੋਕ ਆਵਾਗਮਨ ਨੂੰ ਮੰਨਦੇ ਨੇ ਉਹ ਵੀ ਕਹਿੰਦੇ ਨੇ ਵੀ ਗੁਰੂ ਦੇ ਲੜ ਲੱਗ ਕੇ ਮਨ ਗੁਰਮਿਲ ਕਾਸ ਵਾਰੇ, ਵੀ ਗੁਰੂ ਦੇ ਲੜ ਲੱਗ ਕੇ, ਬਾਣੀ ਦੇ ਲੜ ਲੱਗ ਕੇ ਚੰਗੇ ਇਨਸਾਨ ਬਣੋ, ਚੰਗੇ ਗੁਰਸਿੱਖ ਬਣੋ, ਤਾਂ ਕਿ ਸਾਡਾ ਆਵਾਗਮਨ ਨਿਵਰਤ ਹੋ ਸਕੇ। ਜਿਹੜੇ ਇਹ ਗੱਲ ਮੰਨਦੇ ਨੇ ਵੀ ਆਵਾਗਮਨ ਇੱਥੇ ਹੀ ਹੈ, ਉਹ ਵੀ ਸੇਮ ਹੀ ਇਹ ਗੱਲ ਕਹਿੰਦੇ ਨੇ, ਜੀਵਨ ਦੋਵੇਂ ਇੱਕੋ ਵਰਗਾ ਹੀ ਜੀ ਰਹੇ ਨੇ। ਕਹਿਣ ਦਾ ਮਤਲਬ ਅਪਰੋਚ ਦੋਵਾਂ ਧਰਿਆਂ ਦੀ ਇੱਕੋ ਵਰਗੀ ਹੈ। ਵੀ ਜਿਹੜੇ ਇੱਥੇ ਹੀ ਮੰਨਦੇ ਨੇ ਵੀ ਬੰਦਾ ਸੱਪ ਦੀ ਜੋਨ ਪੈਂਦਾ, ਇੱਥੇ ਹੀ ਵੈਸ਼ਵਾ ਦੀ ਜੋਨ ਪੈਂਦਾ, ਜਿਵੇਂ ਅਗਲਾ ਸ਼ਬਦ ਦਾ ਬੰਦ ਹੈ ਵੀ ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਸੂਕਰ ਦਾ ਮਤਲਬ ਸੂਰ ਦੀ ਜੋਨ ਪੈਂਦਾ,
ਜਿਹੜੇ ਪੁਰਾਣੇ ਅਰਥ 2000 ਤੋਂ ਪਹਿਲਾਂ ਹੁੰਦੇ ਸਨ ਸਾਰੇ ਟੀਕਿਆਂ ਦੇ, ਉਹ ਇਹ ਵੀ ਬੰਦਾ ਸੂਰ ਦੀ ਜੂਨ ਦੇ ਵਿੱਚ ਪੈਂਦਾ। ਤੇ ਉਸ ਤੋਂ ਬਾਅਦ ਕਿਉਂਕਿ ਹੁਣ ਜਿਹੜਾ ਕਲੋਨੀਅਲ ਐਜੂਕੇਸ਼ਨ ਸਿਸਟਮ ਹੈ ਤੇ ਉਹਦੇ 'ਚ ਬੜੇ ਤਰ੍ਹਾਂ ਦੀ ਵਿਚਾਰਧਾਰਾ ਆਈ ਹੈ, ਤੇ ਉਸ ਕਰਕੇ ਜਿਹੜਾ ਕੁਦਰਤੀ ਗੱਲ ਹੈ, ਜੇ ਸਿੱਖ ਅਸੀਂ ਸਮਾਜ 'ਚ ਰਹਿ ਰਹੇ ਹਾਂ ਤੇ ਉੱਥੇ ਉਹਨਾਂ ਦੇ ਉੱਤੇ ਵੀ ਐਕਟ ਉਸ ਕਿਸਮ ਦਾ ਉਸ ਵਿਚਾਰਧਾਰਾ ਨੇ ਕੀਤਾ। ਤੇ ਇਸ ਕਰਕੇ ਪਹਿਲੀ ਜਿਹੜੀ ਵਿਚਾਰਧਾਰਾ ਸੀ ਉਹਦੇ 'ਚ ਇਹ ਹੀ ਗੱਲ ਹੈ ਕਿ ਅਸਲ ਦੇ ਵਿੱਚ ਬੰਦਾ ਸੂਰ ਦੀ ਜੂਨ ਦੇ ਵਿੱਚ ਅਗਲਾ ਜਨਮ ਪੈਂਦਾ। ਭਗਤ ਤਰਲੋਚਨ ਜੀ ਦਾ ਉਹ ਅਰਥ ਇਸੇ ਤਰ੍ਹਾਂ ਹੀ ਕੱਢਦੇ ਰਹੇ ਨੇ। ਤੇ ਜਿਹੜਾ ਹੁਣ ਹੈ ਉਹ ਇਹ ਵੀ ਜਿਹੜਾ ਬੰਦਾ ਹੁਣ ਅਸਲ ਦੇ ਵਿੱਚ ਜਿਹੜਾ ਜਿਵੇਂ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਧਾ ਰਾਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਜਿਹੜਾ ਬੰਦਾ ਆਪਣੇ ਧੀਆਂ ਪੁੱਤਰਾਂ ਦਾ ਪਰਿਵਾਰ ਦਾ ਮਿੱਤਰ ਬਣ ਕੇ ਲੋਕਾਂ ਨਾਲ ਧੋਖਾ ਕਰਕੇ ਫਰੇਬ ਕਰਕੇ ਧਨ ਦੌਲਤ ਲਿਆ ਰਿਹਾ ਨਾ, ਉਹਨਾਂ ਨੂੰ ਦੁਖਵਾ ਰਿਹਾ, ਤਾਂ ਉਹ ਬੰਦਾ ਸਮਝ ਲਓ ਸੂਕਰ ਦੀ ਤਰ੍ਹਾਂ, ਕਹਿਣ ਦਾ ਮਤਲਬ ਸੂਰ ਦੀ ਤਰ੍ਹਾਂ ਗੰਦਗੀ ਖਾ ਰਿਹਾ ਤੇ ਆਪਣੇ ਬੱਚਿਆਂ ਨੂੰ ਵੀ ਖਵਾ ਰਿਹਾ, ਜਿਹੜਾ ਪਰਾਇਆ ਹੱਕ ਖਾ ਰਿਹਾ। ਇਸੇ ਤਰ੍ਹਾਂ ਜਿਹੜਾ ਆਖਰੀ ਬੰਦ ਭਗਤ ਜਿਹੜਾ ਤਰਲੋਚਨ ਜੀ ਕਹਿੰਦੇ ਨੇ, ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ। ਪ੍ਰੇਤ ਜਿਹੜਾ ਅੱਖਰ ਹੈ ਨਾ, ਡੈਡ ਬੋਡੀ ਦੇ ਲਈ ਵਰਤਿਆ ਜਾਂਦਾ ਅਸਲ ਦੇ ਵਿੱਚ। ਜਦੋਂ ਬੰਦਾ ਮਰ ਜਾਏ ਇਨਸੈਂਸ, ਤੇ ਮਰਿਆ ਹੋਇਆ ਬੰਦਾ ਭਾਵੇਂ ਚੰਗਾ ਐਥਲੀਟ ਹੋਵੇ ਨਾ ਉਹ ਉੱਠ ਕੇ ਭੱਜ ਸਕਦਾ, ਚੰਗਾ ਲਿਖਾਰੀ ਹੋਵੇ ਨਾ ਕੁਝ ਲਿਖ ਸਕਦਾ, ਚੰਗਾ ਬੁਲਾਰਾ ਹੋਵੇ ਨਾ ਕੁਝ ਬੋਲ ਸਕਦਾ। ਜਿਉਂਦਾ ਬੰਦਾ ਤੇ ਕਈਆਂ ਦੇ ਕੰਮ ਆਉਂਦਾ, ਮਰਿਆ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ। ਉਹਦੇ ਕੋਲ ਖਲੋ ਕੇ ਉਹਦੇ ਪਰਿਵਾਰ ਦੇ ਮੈਂਬਰ ਰੋਂਦੇ ਰਹਿਣ ਵੀ ਮੇਰੀ ਕੋਈ ਹੈਲਪ ਕਰੋ, ਅਸੀਂ ਤੇਰੇ ਤੋਂ ਬਿਨਾਂ ਬਰਬਾਦ ਹੋ ਜਾਾਂਗੇ, ਤੇ ਡੈਡ ਬੋਡੀ ਕੱਖ ਨਹੀਂ ਕਰ ਸਕਦੀ। ਤੇ ਜਿਹਦਾ ਮਕਸਦ ਬਣ ਗਿਆ ਨਾ ਵੱਡੇ ਤੋਂ ਵੱਡੇ ਪੋਸ਼ ਏਰੀਏ 'ਚ ਘਰ ਬਣਾਉਣੇ ਨੇ, ਬਿਜ਼ਨਸ ਖੜੇ ਕਰਨੇ ਨੇ, ਉਹ ਫਿਰ ਜਦੋਂ ਲੋਕਾਂ ਨੂੰ ਲੁੱਟਦਾ ਨਾ, ਉਹ ਇਸ ਤਰ੍ਹਾਂ ਮੁਰਦਾ ਬਣ ਜਾਂਦਾ ਅਸਲ ਦੇ ਵਿੱਚ। ਉਹ ਫਿਰ ਪਰਵਾਹ ਨਹੀਂ ਕਰਦਾ ਵੀ ਲੋਕਾਂ ਦੀਆਂ ਚੀਕਾਂ ਕਿਵੇਂ ਆ ਰਹੀਆਂ, ਮੈਂ ਇੰਨੇ ਵਰਕਰਾਂ ਨੂੰ ਪੈਸਾ ਨਹੀਂ ਪੂਰਾ ਪੇ ਕੀਤਾ। ਇਸ ਕਰਕੇ ਉਹ ਜਿਉਂਦਾ ਹੀ ਪ੍ਰੇਤ ਬਣ ਕੇ, ਲਾਸ਼ ਬਣ ਕੇ, ਇਨਸੈਂਸਿਟਿਵ ਬਣ ਕੇ ਲੋਕਾਂ ਨੂੰ ਦੁੱਖ ਦਿੰਦਾ। ਇਸ ਕਰਕੇ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਲੋਚਨ ਤੇ ਨਰ ਮੁਕਤਾ ਪੈਗੰਬਰ ਵਾਕਾ ਹਿਰਦੈ ਵਸੈ ਪੈਤੰਬਰ ਵਾਕਾ ਹਿਰਦੈ ਵਸੈ। ਕਹਿਣ ਦਾ ਮਤਲਬ ਜਿਹੜਾ ਅਕਾਲ ਪੁਰਖ ਦੀ ਵਿਚਾਰਧਾਰਾ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਦਾ, ਉਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਰਹਿੰਦਾ। ਇਸ ਕਰਕੇ ਦੋਵੇਂ ਤਰ੍ਹਾਂ ਦੀ ਵਿਚਾਰਧਾਰਾ ਤੁਹਾਡੇ ਸਾਹਮਣੇ ਸ਼ੇਅਰ ਕਰ ਦਿੱਤੀ ਹੈ। ਦੋਵਾਂ ਦੀ ਅਪਰੋਚ ਇੱਕੋ ਹੀ ਹੈ ਵੀ ਚੰਗਾ ਜੀਵਨ ਬਣਾਉਣਾ। ਇਹਦੇ ਬਾਰੇ ਜ਼ਿਆਦਾ ਜਿਹੜਾ ਜੀਵਨ ਜਿਉਣ ਦਾ ਢੰਗ ਇਹਦੇ 'ਚ ਕੋਈ ਨਹੀਂ। ਹਾਂ, ਆਈਡੀਆ ਵੱਖਰੇ ਵੱਖਰੇ ਹੋ ਸਕਦੇ ਨੇ, ਜਿਹੜੀ ਵਿਆਖਿਆ ਉਹਦੀ ਸ਼ਬਦ ਦੀ, ਪਰ ਅਸਲ ਦੇ ਵਿੱਚ ਜੋ ਸ਼ਬਦ ਦਾ ਮਕਸਦ ਹੈ ਨਾ, ਉਹ ਦੋਵਾਂ ਦਾ ਹੀ ਧਿਰਾਂ ਦਾ। ਜਿਹੜੇ ਆਵਾਗਾਉਣ ਨੂੰ ਮੰਨਦੇ ਨੇ ਉਹਨਾਂ ਦਾ ਵੀ ਮਕਸਦ ਸੇਮ ਹੀ ਹੈ ਵੀ ਚੰਗਾ ਇਨਸਾਨ ਬਣ ਕੇ ਗੁਰੂ ਦੇ ਲੜ ਲੱਗ ਕੇ ਆਵਾਗਾਉਣ ਤੋਂ ਮੁਕਤ ਹੋਣਾ। ਤੇ ਦੂਜੇ ਜਿਹੜੇ ਨਹੀਂ ਮੰਨਦੇ ਤੇ ਕਹਿੰਦੇ ਨੇ ਇੱਥੇ ਹੀ ਆਵਾਗਾਉਣ, ਉਹਨਾਂ ਦਾ ਵੀ ਮਕਸਦ, ਕਹਿਣ ਦਾ ਮਤਲਬ ਜੀਵਨ ਦੇ ਵਿੱਚ ਜੋ ਗੁਣ ਅਪਣਾਉਣੇ ਚਾਹੀਦੇ ਨੇ ਇਹਦੇ 'ਚ ਕੋਈ ਫਰਕ ਨਹੀਂ ਪੈ ਰਿਹਾ। ਇਸ ਕਰਕੇ ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਅੰਦਰ ਜਿਹੜਾ ਜ਼ਿਕਰ ਕਰ ਰਹੇ ਨੇ ਨਾ, ਫਾਹੇ ਕਾਟੇ ਮਿਟੇ ਗਵਨ ਫਤਿਹ ਪਈ ਮਨਜੀਤ, ਵੀ ਮੇਰੇ ਗੁਰੂ ਨੇ ਹਰ ਤਰ੍ਹਾਂ ਦੇ ਜਿਹੜੇ ਅੰਧ ਵਿਸ਼ਵਾਸਾਂ ਦੇ, ਉਹ ਧਾਰਮਿਕ ਤੌਰ ਤੇ ਹੋ ਸਕਦੇ ਨੇ, ਪੋਲੀਟੀਕਲ ਤੌਰ ਤੇ ਹੋ ਸਕਦੇ ਨੇ, ਸਮਾਜ ਦੇ ਆ ਜਾਤੀਵਾਦ ਹੈ, ਔਰਤ ਨੂੰ ਨੀਵਾਂ ਸਮਝਣਾ, ਇਹ ਫਾਹੀਆਂ ਸੀ ਬੰਦੇ ਦੇ ਸਮਾਜ ਦੀਆਂ ਗੱਲ ਦੇ ਵਿੱਚ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਗੁਰੂ ਸਾਹਿਬ ਜੀ ਨੇ ਮੇਰੇ ਕੱਟ ਦਿੱਤੇ, ਇਹਦੇ ਨਾਲ ਮੇਰੀ ਹਰ ਮੈਦਾਨ ਦੇ ਵਿੱਚ ਜਿੱਤ ਹੋਣ ਲੱਗ ਪਈ ਹੈ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ, ਇਹਦੇ ਨਾਲ ਗੁਰੂ ਦੇ ਨਾਲ ਮੈਨੂੰ ਇੱਕ ਥਾਂ ਤੇ ਟਿਕਾਣਾ ਮਿਲ ਗਿਆ। ਹੁਣ ਸਾਨੂੰ ਵਿਚਾਰਧਾਰਾ ਮਿਲ ਗਈ, ਵਿਚਾਰਧਾਰਾ ਇੰਨੀ ਵਧੀਆ ਮਿਲੀ ਹੈ ਵੀ ਇਹਦੇ ਮੁਤਾਬਕ ਜੀਵਾਂਗੇ ਸਾਡਾ ਵੀ ਭਲਾ, ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵੀ। ਸਾਨੂੰ ਇੱਕ ਟਿਕਾਣਾ ਵਿਚਾਰਧਾਰਾ ਕਰਕੇ ਤੇ ਸਾਨੂੰ ਮਿਲ ਚੁੱਕਾ, ਹੁਣ ਅਸੀਂ ਇਹਦੇ ਉੱਤੇ ਚੱਲਣਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫੱਫਾ ਫਿਰਤ ਫਿਰ ਤੂੰ ਆਇਆ, ਵੀ ਹੇ ਬੰਦਿਆ ਤੂੰ ਬੜਾ ਭਟਕਣਾ ਤੇ ਭਟਕ ਕੇ ਇਸ ਥਾਂ ਦੇ ਉੱਤੇ ਪਹੁੰਚਿਆ ਹੈ। ਦੁਰਲਭ ਦੇਹ ਕਲਯੁਗ ਮੈਂ ਪਾਇਆ, ਇਸ ਸੰਸਾਰ ਦੇ ਵਿੱਚ ਤੈਨੂੰ ਦੁਰਲਭ ਦੇਹ ਮਿਲੀ, ਇਹੋ ਜੀ ਦੇਹੀ ਹੋਰ ਕਿਸੇ ਸਪੀਸੀਜ਼ ਕ੍ਰੀਚਰ ਦੇ ਕੋਲ ਨਹੀਂ ਹੈ। ਤੇ ਫਿਰ ਇਹ ਅਵਸਰ ਚੜ੍ਹੇ ਨਾ ਹਾਥਾ, ਜ਼ਿੰਦਗੀ ਕੇਵਲ ਇੱਕ ਵਾਰੀ ਮਿਲੀ ਹੈ, ਦੁਬਾਰਾ ਇਹ ਮੌਕਾ ਸਾਨੂੰ ਨਹੀਂ ਮਿਲਣਾ। ਇਹ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਨੇ। ਨਾਮ ਜਪੋ ਤੋਂ ਕਟੀਆਂ ਫਾਂਸਾ, ਜਿੰਨਾ ਨਾਮ ਜਪੋਗੇ, ਸਾਰੀ ਬਾਣੀ ਨਾਮ ਹੈ,
ਜਿੰਨਾ ਸਮਝ ਕੇ ਬਾਣੀ ਦੇ ਮੁਤਾਬਕ ਚੱਲਦੇ ਜਾਓਗੇ, ਨਾਮ ਜਪੋਗੇ, ਨਾਮ ਦੇ ਵੱਖ-ਵੱਖ ਪਾਠ ਸਿੱਖ ਕੌਮ ਨੇ ਅਪਣਾਏ ਹੋਏ ਨੇ। ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਉਸ ਤੋਂ ਬਾਅਦ ਨਿਤਨੇਮ ਕਰਨਾ, ਬਾਣੀ ਦਾ ਪਾਠ ਕਰਨਾ, ਸਮਝਣਾ, ਕੀਰਤਨ ਕਰਨਾ, ਕਥਾ ਕਰਨੀ, ਇਹ ਸਾਰਾ ਕੁਝ ਨਾਮ ਦੀ ਵਿਚਾਰਧਾਰਾ ਦੇ ਵਿੱਚੋਂ ਬੰਦੇ ਨੂੰ ਗੁਜ਼ਾਰਨ ਦੇ ਲਈ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਦੇ ਵਿੱਚ ਫਿਰ ਆਵਣ ਜਾਣ ਨਾ ਹੋਈ। ਇਹਦੇ ਨਾਲ ਕੀ ਹੋਏਗਾ? ਫਿਰ ਆਵਣ ਜਾਣ ਨਹੀਂ ਹੋਏਗਾ। ਇੱਕ ਹੈ ਏਕ ਜਪੋ ਜਪ ਸੋਈ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਪੋ। ਉਹ ਵੀ ਰੱਬ ਦਾ ਉਹ ਸਰੂਪ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ ਹੈ, ਕਰੋ ਕਿਰਪਾ ਪ੍ਰਭ ਕਰਨਾ ਹਾਰੇ। ਹੇ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਮਿਹਰ ਕਰ, ਮੇਲ ਲਿਹੋ ਨਾਨਕ ਵਿਚਾਰੇ। ਅਸਲ ਦੇ ਵਿੱਚ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ, ਤੁਸੀਂ ਹੀ ਕਿਰਪਾ ਕਰਕੇ ਮੈਨੂੰ ਮਿਲਾ ਲਓ। ਵੀ ਇਸ ਵਿਚਾਰੇ ਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈ। ਇਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਇਸ ਅਹਿਸਾਸ ਕਰਾਇਆ ਵੀ ਸਾਡੇ ਕੋਲ ਵੀ ਕੋਈ ਓਪਸ਼ਨ ਨਹੀਂ ਹੈ, ਕੋਈ ਚਾਰਾ ਨਹੀਂ। ਸਭ ਤੋਂ ਵਧੀਆ ਜ਼ਿੰਦਗੀ ਜਿਉਣ ਦਾ ਚਾਰਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਜ਼ਿੰਦਗੀ ਜੀਵੀ ਜਾਏ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਵਿਚਾਰ ਸਾਡੇ ਅੰਦਰ ਦਾ ਸ਼ਿੰਗਾਰ ਬਣ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।